ਤੁਸੀਂ ਇਸ ਸਵਾਲ ਦਾ ਜਵਾਬ ਲੱਭ ਲਿਆ ਕਿ ਮੈਂ ਕੌਣ ਹਾਂ? ਰੀਡਿੰਗ ਨੇ ਮੈਨੂੰ ਬਹੁਤ ਹੈਲਪ ਕੀਤਾ ਬਿਕੋਜ਼ ਜਦੋਂ ਮੈਂ ਰੀਡਿੰਗ ਕਰਦਾ ਸੀ ਤੇ ਹੁਣ ਵੀ ਕਰਦਾ ਤਾਂ ਮੈਨੂੰ ਇੱਕ ਆਊਟ ਆਫ ਇੱਕ ਸਰੀਰ ਤੋਂ ਬਾਹਰ ਵਾਲਾ ਐਕਸਪੀਰੀਅੰਸ ਮਿਲਦਾ ਤਾਂ ਮੈਨੂੰ ਫੀਲ ਹੁੰਦਾ ਕਿ ਨਹੀਂ ਅਸੀਂ ਕੁਝ ਲੋਕ ਹੀ ਨਹੀਂ ਐਵੇਂ ਹੈਗੇ ਕਿ ਬਹੁਤ ਸਾਰੇ ਲੋਕ ਆ ਜਿਹੜੇ ਸਾਡੇ ਵਾਂਗ ਨੇ। ਉਹ ਕਿਹੜੀ ਉਮਰ ਸੀਗੀ ਤੁਹਾਡੀ ਜਦੋਂ ਤੁਸੀਂ ਇਹ ਚੀਜ਼ਾਂ ਦੇਖਣੀਆਂ ਸ਼ੁਰੂ ਕੀਤੀਆਂ ਕਿ ਮੇਰੀ ਸੈਕਸ਼ੁਅਲਿਟੀ ਨੂੰ ਲੈ ਕੇ ਮੇਰੇ ਪੇਰੈਂਟਸ ਦੀਆਂ ਨਜ਼ਰਾਂ ਦੇ ਵਿੱਚ ਵੀ ਇੱਕ ਸਵਾਲ ਹੈ? ਲਾਈਫ ਦੇ ਵਿੱਚ ਕੁਏਰ ਬੰਦੇ ਲਈ ਨਹੀਂ, ਚਾਹੇ ਕੋਈ ਮੇਲ ਹੈ ਫੀਮੇਲ ਹੈ ਕੋਈ ਵੀ ਕਿਸੇ ਵੀ ਜੈਂਡਰ ਦਾ ਹੈ ਇਰਰਿਸਪੈਕਟਿਵ ਆਫ ਦੈਟ ਕਿ ਬੰਦੇ ਨੂੰ ਆਪਣੇ ਆਪ ਨੂੰ ਐਕਸੈਪਟ ਕਰਨਾ ਬਹੁਤ ਜ਼ਰੂਰੀ ਹੈ। ਇਹ ਚੀਜ਼ਾਂ ਮੈਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਫੇਸ ਕਰਨੀਆਂ ਪਈਆਂ। ਬੱਚੇ ਲਾਈਕ ਹੀ ਨਹੀਂ ਕਰਦੇ ਮਤਲਬ ਸਾਡੇ ਨਾਲ ਬਹਿਣਾ ਘੁੰਮਣਾ ਫਿਰਨਾ। ਅਸੀਂ ਵੀ ਇੱਕ ਨੋਰਮਲ ਜ਼ਿੰਦਗੀ ਜੀ ਰਹੇ ਹਾਂ, ਹਮੇਸ਼ਾ ਸਾਨੂੰ ਦੂਸਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਸਮਥਿੰਗ ਇਜ਼ ਡਿਫਰੈਂਟ ਅਬਾਊਟ them। ਰੇਨਬੋ ਕਿੰਨੇ ਕਲਰਸ ਹੈ, ਮਲਟੀ ਕਲਰਡ ਹੈ, ਤਾਂ ਉਹ ਕਲਰ ਸਿਗਨੀਫਾਈ ਕਰਦੇ ਆ ਕਿ ਦੁਨੀਆ 'ਚ ਮਰਦ ਤੇ ਔਰਤ ਤੋਂ ਬਿਨਾਂ ਵੀ ਹੋਰ ਰੰਗ ਵੀ ਬਹੁਤ ਹੈ। ਇਹਨਾਂ ਲੋਕਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਜਾਂ ਤਾਂ ਆਪਾਂ ਕਹਿੰਦੇ ਹਾਂ ਵੀ ਤਰਸ, ਜਾਂ ਆਪਾਂ ਕਹਿੰਦੇ ਹਾਂ ਵੀ ਇਹਨਾਂ ਦੇ ਮੂੰਹ ਨਹੀਂ ਲੱਗਣਾ ਹੈਗਾ। ਸਭ ਤੋਂ ਵੱਡੀ ਰਿਕੁਐਸਟ ਤਾਂ ਪੇਰੈਂਟਸ ਨੂੰ ਹੈ, ਉਹਨਾਂ ਨੂੰ ਜਿਵੇਂ ਉਹਦਾ ਬੱਚਾ ਹੈ ਆਫਟਰ ਆਲ ਉਹਨਾਂ ਨੇ ਹੀ ਜਨਮ ਦਿੱਤਾ ਹੈ, ਜਿਵੇਂ ਦਾ ਵੀ ਬੱਚਾ ਹੈ ਜਸਟ ਐਕਸੈਪਟ ਕਰਨ। ਜਦੋਂ ਪੇਰੈਂਟਸ ਆਪਣੇ ਹੀ ਬੱਚੇ ਨੂੰ ਐਕਸੈਪਟ ਨਹੀਂ ਕਰਦੇ ਤਾਂ ਉਹਦਾ ਬੱਚੇ ਤੇ ਅਸਰ ਕੀ ਹੁੰਦਾ? ਮੈਂ ਪੰਜਾਬ 'ਚ ਕਈ ਲੋਕ ਦੇਖੇ, ਮੇਰੇ ਕਿੰਨੇ ਫਰੈਂਡਸ ਹੈ ਜਿਨ੍ਹਾਂ ਨੂੰ ਉਹਦੇ ਪੇਰੈਂਟਸ ਬਾਬਿਆਂ ਕੋਲ ਲੈ ਜਾਂਦੇ ਆ ਕਿ ਨਹੀਂ ਤਾਂ ਮੈਂਟਲ ਇਲਨੈਸ ਹੈ। ਪੇਰੈਂਟਸ ਬੱਚਿਆਂ ਨੂੰ ਐਕਸੈਪਟ ਨਹੀਂ ਕਰਦੇ ਹੈਗੇ ਤਾਂ ਜਿਵੇਂ ਤੁਸੀਂ ਕਿਹਾ ਕਿ ਉਹ ਘਰੋਂ ਭੱਜ ਜਾਂਦੇ ਨੇ, ਉਸ ਤੋਂ ਬਾਅਦ ਉਹ ਸੈਕਸ ਵਰਕਰ ਬਣ ਜਾਂਦੇ ਨੇ ਜਾਂ ਫਿਰ ਆਪਾਂ ਕਹਿ ਲਓ ਕਿ ਸੁਸਾਈਡ ਤੱਕ ਵੀ ਕਰ ਲੈਂਦੇ ਨੇ। ਜੋ ਇੱਕ ਆਮ ਇਨਸਾਨ ਮੇਲ ਫੀਮੇਲ ਕਰਦਾ ਉਹੀ ਚੀਜ਼ਾਂ ਇੱਕ ਕੁਏਰ ਇਨਸਾਨ ਕਰੇ ਬਿਕੋਜ਼ ਉਹਦਾ ਵੀ ਇਕੁਅਲ ਹੱਕ ਹੈ। ਬਿਲਕੁਲ, ਉਹਦਾ ਵੀ ਇਕੁਅਲੀ ਹੱਕ ਹੈ ਪੜ੍ਹਨ ਦਾ, ਉਹਦਾ ਵੀ ਇਕੁਅਲੀ ਹੱਕ ਹੈ ਬਾਹਰ ਜਾਣ ਦਾ, ਉਹਦਾ ਵੀ ਹੱਕ ਹੈ ਜੋ ਉਹਨੇ ਪਾਣਾ ਹੈ ਪਾਣ ਦਾ। ਤਾਂ ਮੈਨੂੰ ਲੱਗਦਾ ਕਿ ਆਪਾਂ ਨਾ ਇੱਕ ਇਨਸਾਨ ਨੂੰ ਉਹਦੀ ਬਾਡੀ ਨਾਲ ਹੀ ਦੇਖਦੇ ਹਾਂ। ਬਹੁਤ ਸਾਰੇ ਤੁਹਾਡੀ ਕਮਿਊਨਿਟੀ ਦੇ ਲੋਕ ਸੈਕਸ ਚੇਂਜ ਸਰਜਰੀਜ਼ ਵੀ ਕਰਵਾਉਂਦੇ ਨੇਗੇ ਕਿ ਉਸ ਚੀਜ਼ ਨੂੰ ਤੁਸੀਂ ਸਪੋਰਟ ਕਰ ਸਕਦੇ ਹੋ? ਵੈਸੇ ਹਰ ਇੱਕ ਦਾ ਇਹ ਇੰਡੀਵਿਜੂਅਲ ਡਿਸੀਜਨ ਹੋ ਸਕਦਾ। ਮਤਲਬ ਮੇਰੇ ਜਿਹੜੇ ਵੀ ਫਰੈਂਡਸ ਹੈ ਮੈਨੂੰ ਕਦੇ ਇਸ ਨਿਗਾਹ ਨਾਲ ਦੇਖਿਆ ਨਹੀਂ ਕਿ ਯਾਰ ਨੋ ਦਿਸ ਪਰਸਨ ਯੂਜ਼ਡ ਟੂ ਬੀ ਬॉय ਐਂਡ ਇਸ ਤੇ ਟ੍ਰਾਂਜੀਸ਼ਨ ਕਰੇ। ਨੋ ਉਹ ਮੇਰੇ ਵਾਸਤੇ ਇੱਕ ਇਨਸਾਨ ਹੈ ਜਿਵੇਂ ਆਮ ਇੱਕ ਇਨਸਾਨ ਹੈ, ਉਹ ਬਸ ਇੱਕ ਇਨਸਾਨ ਹੈ। ਸੇਮ ਉਹਦੇ ਵੀ ਸਾਹ ਚੱਲਦੇ ਆ, ਉਹਦੀ ਵੀ ਅੱਖਾਂ ਚੱਲ ਰਹੀਆਂ, ਸੇਮ ਤਰੀਕੇ ਨਾਲ ਬੋਲਦੇ ਆ। ਸਿਰਫ ਜੈਂਡਰ ਚੇਂਜ ਕਰਨ ਦੇ ਨਾਲ ਮੰਨ ਲਓ ਵੀ ਕੋਈ ਪੂਰੀ ਤਰ੍ਹਾਂ ਦੇ ਨਾਲ ਮੁੰਡਾ ਬਣ ਗਿਆ ਜਾਂ ਕੋਈ ਪੂਰੀ ਤਰ੍ਹਾਂ ਦੇ ਨਾਲ ਕੁੜੀ ਬਣ ਗਈ, ਕਿ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਜਾਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਨੇ? ਇਸ ਇੰਟਰਵਿਊ ਦੇ ਜ਼ਰੀਏ ਹੀ ਮੇਰੇ ਜੋ ਵੀ ਮੈਨੂੰ ਸੁਣ ਰਿਹਾ ਆਈ ਵਾਂਟ ਟੂ ਟੈਲ them ਕਿ ਉਹਨਾਂ ਨੂੰ ਕਿਸੇ ਨੂੰ ਐਕਸੈਪਟ ਕਰਨ ਤੋਂ ਪਹਿਲਾਂ ਦਿਮਾਗ 'ਚ ਕੋਈ ਸੈਕਿੰਡ ਥਾਟਸ ਨਹੀਂ ਲਿਆਉਣੇ ਚਾਹੀਦੇ। ਜਿਵੇਂ ਦਾ ਵੀ ਬੰਦਾ ਹੈ ਦੇ ਮਸਟ ਐਕਸੈਪਟ them। ਪਰ LGBT ਕਮਿਊਨਿਟੀ ਵੀ ਕਿਤੇ ਨਾ ਕਿਤੇ ਪਾਰਟ ਪਲੇ ਕਰਦੀ ਆ ਕਿ ਲੋਕ ਉਹਨਾਂ ਤੇ ਤਰਸ ਕਰਨ ਤੇ ਕਿਤੇ ਨਾ ਕਿਤੇ ਫਿਰ ਉਹ ਜਾ ਕੇ ਵਿਕਟਮ ਕਾਰਡ ਵੀ ਪਲੇ ਕਰਦੇ ਨੇਗੇ ਬਹੁਤ ਸਾਰੀਆਂ ਸਿਚੁਏਸ਼ਨਸ ਦੇ ਵਿੱਚ। ਕਿਸੇ LGBT ਬੰਦੇ ਦਾ ਮੈਰਿਜ ਹੋ ਰਹੀ ਹੈ, ਸੇਮ ਸੈਕਸ ਮੈਰਿਜ ਹੀ ਹੁੰਦੀ ਹੈ, ਉਹਦੀ ਕਿੰਨੀ ਵੱਡੀ ਨਿਊਜ਼ ਬਣਦੀ ਹੈ। ਹਾਂ ਬਿਲਕੁਲ, ਕਿੰਨੀ ਵੱਡੀ ਨਿਊਜ਼ ਬਣਦੀ ਹੈ ਕਿ ਇਹ ਚੀਜ਼ ਹੋ ਰਹੀ ਹੈ। ਐਵੇਂ ਹੀ ਕਿਸੇ ਸਟ੍ਰੇਟ ਕਪਲ ਮੇਰੇ ਹਿਸਾਬ ਨਾਲ ਰੋਜ਼ 100 ਵਿਆਹ ਹੁੰਦਾ ਹੋਣਾ ਪੂਰੇ ਵਰਲਡ, ਪਤਾ ਨਹੀਂ ਕਿੰਨੇ ਹੀ ਵਿਆਹ ਹੁੰਦੇ ਆ ਰੋਜ਼, ਕਿਸੇ ਦੀ ਖਬਰ ਨਹੀਂ ਲੱਗਦੀ ਕਿਉਂਕਿ ਹਲੇ ਵੀ ਆਪਾਂ ਫੁੱਲੀ ਐਕਸੈਪਟ ਕਰਨ ਨੂੰ ਤਿਆਰ ਹੀ ਨਹੀਂ ਕਿ ਯੈਸ ਦੇ ਆਰ ਆਲਸੋ ਅ ਪਾਰਟ ਆਫ ਆਰ ਸੋਸਾਇਟੀ, ਕਿ ਇਹ ਵੀ ਆਪਣੀ ਸੋਸਾਇਟੀ ਦੇ, ਇਹਨਾਂ ਦੇ ਵੀ ਇਕੁਅਲ ਰਾਈਟਸ ਹੈ, ਇਹਨਾਂ ਨੂੰ ਵੀ ਇਕੁਅਲ ਫਰੀडम ਹੈ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੀ ਸੋਸ਼ਲ ਦੀ ਅੱਜ ਦੀ ਇਸ ਬੇਹੱਦ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਹੋਣਗੇ ਮਨਿੰਦਰਜੀਤ ਸਿੰਘ ਹੁਰੀ। ਮਨਿੰਦਰ ਹੁਰੀ LGBT ਕਮਿਊਨਿਟੀ ਐਕਟਿਵਿਸਟ ਨੇ। ਇੰਗਲਿਸ਼ ਆਨਰਸ ਦੇ ਵਿੱਚ ਇਹਨਾਂ ਨੇ ਇੰਗਲਿਸ਼ ਲਿਟਰੇਚਰ ਦੇ ਵਿੱਚ ਇਹਨਾਂ ਨੇ ਆਪਣੀ ਮਾਸਟਰਸ ਕੀਤੀ ਹੋਈ ਹੈ ਅਤੇ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਇੰਗਲਿਸ਼ ਅਕੈਡਮੀ ਦੇ ਵਿੱਚ ਇਹ ਟੀਚਰ ਨੇ। ਸੋ ਮਨਿੰਦਰ ਹੋਰਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਅਕਸਰ ਜਦੋਂ ਅਸੀਂ ਸਮਾਜ ਨੂੰ ਦੇਖਦੇ ਹਾਂ ਤਾਂ ਅਸੀਂ ਉਹਨਾਂ ਨੂੰ ਦੋ ਸ਼੍ਰੇਣੀਆਂ 'ਚ ਵੰਡ ਲੈਂਦੇ ਹਾਂ, ਜਾਂ ਤਾਂ ਮਰਦ ਅਤੇ ਦੂਸਰੀ ਸ਼੍ਰੇਣੀ ਆ ਜਾਂਦੀ ਆ ਔਰਤ, ਅਤੇ ਜਿਹੜੇ ਸਾਨੂੰ ਦੋਹਾਂ ਵਰਗੇ ਨਹੀਂ ਲੱਗਦੇ ਉਹਨਾਂ ਨੂੰ ਅਸੀਂ ਤੀਜੀ ਸ਼੍ਰੇਣੀ ਦੇ ਵਿੱਚ ਗਿਣ ਲੈਂਦੇ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਅਕਸਰ ਜ਼ਿੰਦਗੀ ਦੇ ਹਾਸ਼ੀਏ 'ਤੇ ਧੱਕ ਕੇ ਰੱਖਦੇ ਹਾਂ। ਸੋ ਅੱਜ LGBT ਕਮਿਊਨਿਟੀ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮਨਿੰਦਰਜੀਤ ਹੋਣਗੇ। ਉਹਨਾਂ ਦੀ ਆਪਦੀ ਨਿੱਜੀ ਜ਼ਿੰਦਗੀ ਦੇ ਤਜਰਬੇ ਅਸੀਂ ਜਾਣਾਂਗੇ ਕਿ ਕਿਉਂ ਇਹ ਲੋਕ ਆਪਣੀ ਹੀ ਪਛਾਣ ਲੱਭਦੇ
ਗਵਾਚ ਜਾਂਦੇ ਨੇ ਜਾਂ ਗਵਾ ਦਿੱਤੇ ਜਾਂਦੇ ਨੇ, ਜਾਂ ਫਿਰ ਮਨਿੰਦਰ ਵਾਂਗੂ ਆਪਣੀ ਪਛਾਣ ਨੂੰ ਲੱਭ ਕੇ ਆਪਣੇ ਆਪ ਨੂੰ ਐਕਸੈਪਟ ਕਰਕੇ ਜ਼ਿੰਦਗੀ ਦੇ ਵਿੱਚ ਬਿਹਤਰ ਕਰ ਰਹੇ ਹੁੰਦੇ ਨੇ। ਸੋ ਮਨਿੰਦਰ ਹੋਰਾਂ ਦਾ ਅਸੀਂ ਸਵਾਗਤ ਕਰਦੇ ਹਾਂ ਬੀ ਸੋਸ਼ਲ ਤੇ। ਸਤਿ ਸ਼੍ਰੀ ਅਕਾਲ ਮਨਿੰਦਰ। ਸਤਿ ਸ਼੍ਰੀ ਅਕਾਲ ਮੈਮ। ਬੀ ਸੋਸ਼ਲ ਤੇ ਤੁਹਾਡਾ ਸਵਾਗਤ ਹੈ। ਥੈਂਕ ਯੂ। ਕੀ ਹਾਲ ਚਾਲ ਨੇ? ਵੈਰੀ ਗੁੱਡ ਮੈਮ, ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ? ਵਧੀਆ, ਠੀਕ ਠਾਕ। ਤੁਸੀਂ ਬੀ ਸੋਸ਼ਲ ਦੇ ਵਿਊਅਰ ਵੀ ਹੋ? ਹਾਂਜੀ ਮੈਮ, ਬਿਲਕੁਲ, ਬਹੁਤ ਦੇਰ ਤੋਂ। ਬੀ ਸੋਸ਼ਲ ਦੇ ਕੀ ਚੰਗਾ ਲੱਗਦਾ ਤੁਹਾਨੂੰ? ਮੈਂ ਇਹ ਸਵਾਲ ਅੱਜ ਤੱਕ ਕਿਸੇ ਨੂੰ ਨਹੀਂ ਪੁੱਛਿਆ ਹੈਗਾ ਵੀ ਬੀ ਸੋਸ਼ਲ 'ਚ ਤੁਸੀਂ ਕੀ ਦੇਖਦੇ ਹੋ ਜਾਂ ਸਭ ਤੋਂ ਬਾਅਦ ਗੱਲ ਤੇ ਮੈਨੂੰ ਸਟੋਰੀਜ਼ ਬਹੁਤ ਅੱਛੀਆਂ ਲੱਗਦੀਆਂ, ਸਪੈਸ਼ਲੀ ਜਿਹੜੀਆਂ ਰੁਪਿੰਦਰ ਸੰਧੂ ਉਹਨਾਂ ਦੀ ਸਟੋਰੀਜ਼ ਆ, ਉਹਨਾਂ ਦੀ ਸਟੋਰੀਜ਼ ਬਹੁਤ, ਔਰ ਜਿਹੜੀ ਉਹਦੀ ਆਵਾਜ਼ ਹੁੰਦੀਆਂ ਨੇ ਉਹ ਬਹੁਤ ਅੱਛੀਆਂ ਲੱਗਦੀਆਂ। ਸਟੂਡੀਓ 7 ਸਾਡਾ ਪ੍ਰੋਗਰਾਮ, ਇੱਕ ਜਿਹੜੇ ਤੁਸੀਂ ਨਵੇਂ ਸਟਾਰਸ ਲੈ ਕੇ ਆਉਂਦੇ ਉਹ ਬਹੁਤ ਚੰਗੇ ਲੱਗਦੇ, ਸਪੈਸ਼ਲੀ ਤੁਹਾਡੇ ਨਾਲ। ਬਿਲਕੁਲ ਮਨਿੰਦਰ, ਥੈਂਕ ਯੂ, ਤੁਸੀਂ ਸਾਨੂੰ ਟਾਈਮ ਦਿੱਤਾ। ਮੈਮ ਤੁਹਾਡਾ ਵੀ ਥੈਂਕ ਯੂ ਸੋ ਮਚ। ਤੁਸੀਂ ਇਸ ਸਵਾਲ ਦਾ ਜਵਾਬ ਲੱਭ ਲਿਆ ਕਿ ਮੈਂ ਕੌਣ ਹਾਂ, ਜਾਂ ਤੁਸੀਂ ਹਲੇ ਵੀ ਇਸ ਸਵਾਲ ਦਾ ਜਵਾਬ ਖੁਦ ਵੀ ਲੱਭ ਰਹੇ ਹੋ ਕਿ ਮੈਂ ਕੌਣ ਹਾਂ? ਮੈਨੂੰ ਲੱਗਦਾ ਇਸ ਸਵਾਲ ਦਾ ਜਵਾਬ ਮੈਂ ਬਹੁਤ ਦੇਰ ਪਹਿਲਾਂ ਹੀ ਲੱਭ ਲਿਆ ਸੀ, ਜਦੋਂ ਮੈਂ ਸਕੂਲ ਦੇ ਵਿੱਚ ਸੀ। ਜਦੋਂ ਸਕੂਲ ਦੇ ਵਿੱਚ ਜੋ ਯੂਜੂਅਲ ਚੀਜ਼ਾਂ ਹੁੰਦੀਆਂ ਨੇ, ਬੱਚਿਆਂ ਨਾਲ ਮਜ਼ਾਕ ਉਡਾਉਣਾ, ਬੱਚੇ ਨੇ ਕਹਿਣਾ ਕਿ ਮੈਨੂੰ ਕਿਉਂ ਨਹੀਂ ਐਕਸੈਪਟ ਕਰਦੇ, ਈਵਨ ਕਿ ਟੀਚਰਸ ਤੱਕ ਵੀ ਕਿਉਂ ਨਹੀਂ ਐਕਸੈਪਟ ਕਰਦੇ, ਵੀ ਇੰਨੀ ਬੁਲਿੰਗ, ਕਿ ਮੇਰੇ 'ਚ ਕੀ ਗਲਤ ਹੈ। ਬਿਲਕੁਲ, ਮੇਰੇ 'ਚ ਕੀ ਗਲਤ ਹੈ। ਤਾਂ ਉਸ ਟਾਈਮ ਮੈਂ ਆਪਣੇ ਆਪ ਨਾਲ ਆਪਣਾ ਧਿਆਨ ਬੁੱਕਸ ਵੱਲ ਪਾਤਾ ਸੀਗਾ। ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕਰਤੀਆਂ, ਨੋਵਲਸ, ਅਤੇ ਸਮਟਾਈਮਸ ਉਦੋਂ ਮੈਂ ਲਿਖਦਾ ਵੀ ਹੁੰਦਾ ਸੀਗਾ, ਬਟ ਰੀਡਿੰਗ ਨੇ ਮੈਨੂੰ ਬਹੁਤ ਹੈਲਪ ਕੀਤਾ। ਬਿਕੋਜ਼ ਜਦੋਂ ਮੈਂ ਰੀਡਿੰਗ ਕਰਦਾ ਸੀ ਅਤੇ ਹੁਣ ਵੀ ਕਰਦਾ, ਤਾਂ ਮੈਨੂੰ ਇੱਕ ਆਊਟ ਆਫ ਇੱਕ ਸਰੀਰ ਤੋਂ ਬਾਹਰ ਵਾਲਾ ਐਕਸਪੀਰੀਅੰਸ ਮਿਲਦਾ। ਤਾਂ ਮੈਨੂੰ ਫੀਲ ਹੁੰਦਾ ਕਿ ਨਹੀਂ, ਅਸੀਂ ਕੁਛ ਲੋਕ ਹੀ ਨਹੀਂ ਐਵੇਂ ਹੈਗੇ, ਕਿ ਬਹੁਤ ਸਾਰੇ ਲੋਕ ਹਨ ਜਿਹੜੇ ਸਾਡੇ ਵਾਂਗ ਨੇ, ਕਿ ਅਸੀਂ ਨੋਵਲਸ, ਜਿਵੇਂ ਮੈਂ ਆਈ ਰੀਡ ਨੋਵਲਸ, ਤਾਂ ਮੈਂ ਕਰੈਕਟਰਸ ਦੇਖਦਾ ਜਿਹਦੇ ਨਾਲ ਮੈਂ ਬਿਲਕੁਲ ਗੱਲ ਕਰ ਸਕਦਾ ਕਿ ਹਾਂ ਇਹ ਬਿਲਕੁਲ ਹੀ ਮੇਰੇ ਵਰਗਾ ਹੈ, ਜੋ ਮੈਂ ਕਰਦਾ, ਜਿਵੇਂ ਮੈਂ ਸੋਚਦਾ ਇਹ ਮੇਰੇ ਵਾਂਗ ਹੀ ਆ। ਤਾਂ ਮੈਨੂੰ ਲੱਗਦਾ ਮੈਂ ਆਪਣੀ ਪਹਿਚਾਣ ਤਾਂ ਬਹੁਤ ਦੇਰ ਪਹਿਲਾਂ ਹੀ ਕਰ ਲਈ ਸੀ, ਬਟ ਸਫ਼ਰ ਹਲੇ ਵੀ ਜਾਰੀ ਹੈ। ਪਰ ਤੁਹਾਨੂੰ ਲੱਗਿਆ ਸੀਗਾ ਕਿ ਬਾਕੀ ਬੱਚਿਆਂ ਦੇ ਨਾਲੋਂ ਜਾਂ ਬਾਕੀ ਲੋਕਾਂ ਦੇ ਨਾਲੋਂ ਜਾਂ ਮੇਰੇ ਆਪਦੇ ਸਿਬਲਿੰਗਸ ਦੇ ਨਾਲੋਂ, ਆਪਦੇ ਭੈਣ ਭਰਾਵਾਂ ਦੇ ਨਾਲੋਂ ਵੀ ਮੇਰੇ 'ਚ ਕੁਛ ਅਲੱਗ ਹੈ? ਤੁਹਾਨੂੰ ਖੁਦ ਨੂੰ ਇਹ ਚੇਂਜਸ ਮਹਿਸੂਸ ਹੁੰਦੇ ਸੀਗੇ? ਮੈਨੂੰ ਕਦੇ ਪਰਸਨਲ ਲੈਵਲ 'ਤੇ ਚੇਂਜਸ ਨਹੀਂ ਮਹਿਸੂਸ ਹੋਏ, ਮੈਨੂੰ ਇਹ ਚੇਂਜਸ ਮਹਿਸੂਸ ਕਰਵਾਏ ਜਾਂਦੇ ਸੀ ਅਤੇ ਜਾਂਦੇ ਨੇ। ਕਿਉਂਕਿ ਅਸੀਂ ਜਦੋਂ ਵੀ ਕੋਈ ਬਾਜ਼ਾਰ 'ਚ ਦੇਖਦੇ ਹਾਂ, ਆਪਾਂ ਕਿਸੇ ਕਦੇ ਗੱਲ ਕਰਦੇ ਹਾਂ, ਉਹ ਕਹਿੰਦੇ ਕਿ ਨਹੀਂ ਇਹਦਾ ਕਦੇ ਦਿਲ ਨਾ ਦੁਖਾਓ, ਇਹਨਾਂ ਦੀ ਬਦਦੁਆ ਲੱਗਦੀ ਹੈ। ਐਸੀ ਕੋਈ ਗੱਲ ਨਹੀਂ ਹੈ। ਸਗੋਂ ਉਸ ਤਰੀਕੇ ਨਾਲ, ਮਤਲਬ ਸਾਨੂੰ ਅਦਰ ਦੇ ਤਰੀਕੇ ਨਾਲ ਦੇਖਿਆ ਜਾਂਦਾ ਕਿ ਨਹੀਂ, ਇਹਨਾਂ 'ਚ ਕੁਛ ਹੈ, ਇਹਨਾਂ 'ਚ ਕੋਈ ਗੋਡਲੀ ਪਾਵਰਸ ਹੈ। ਐਸਾ ਕੁਛ ਵੀ ਨਹੀਂ ਹੈ। ਮੈਂ ਬਿਲੀਵ ਕਰਦਾ ਕਿ ਅਸੀਂ ਵੀ ਇੱਕ ਆਰਡੀਨਰੀ ਇਨਸਾਨ ਵਾਂਗ ਹੀ ਮੈਂ ਇਨਸਾਨ ਹਾਂ। ਆਰਡੀਨਰੀ ਇਨਸਾਨ ਜੋ ਆਰਡੀਨਰੀ ਇਨਸਾਨ ਖਾਂਦਾ ਉਹੀ ਮੈਂ ਖਾਂਦਾ। ਉਹ ਵੀ ਸਾਹ ਲੈਂਦਾ, ਮੈਂ ਵੀ ਸਾਹ ਲੈਂਦਾ। ਉਹ ਵੀ ਅੱਖਾਂ ਨਾਲ ਹੀ ਦੇਖਦਾ, ਮੈਂ ਵੀ ਅੱਖਾਂ ਨਾਲ ਦੇਖਦਾ। ਤਾਂ ਸਾਨੂੰ ਡਿਫਰੈਂਟ ਦਿਖਾਇਆ ਜਾਂਦਾ ਹੈ ਸਾਡਾ। ਅਸੀਂ ਪਰਸਨਲ ਲੈਵਲ 'ਤੇ ਕੌਣ ਚਾਹੁੰਦਾ ਕਿ ਮੈਂ ਡਿਫਰੈਂਟ ਹੋਵਾਂ? ਬਿਲਕੁਲ। ਐਂਡ ਵੈਨ ਆਈ ਸੇ ਕਿ ਡਿਫਰੈਂਟ ਦਿਖਾਇਆ ਜਾਂਦਾ, ਜਿੰਨੇ ਜੋ ਸਟਰੀਟ ਲੋਕਾਂ ਦੀ ਕਮਿਊਨਿਟੀ, ਜਿਹਨਾਂ ਨੂੰ ਆਪਾਂ ਸੋ ਕਾਲਡ ਨੋਰਮਲ ਕਹਿੰਦੇ ਹੈ, ਬਿਕੋਜ਼ ਸੋਸਾਇਟੀ ਬਿਲੀਵਸ ਕਿ ਕੁਅਰ ਪੀਪਲ ਆਰ ਐਬਨੋਰਮਲ। ਸੋਸਾਇਟੀ ਦੀਆਂ ਪਹਿਲੀਆਂ ਦੋ ਸ਼੍ਰੇਣੀਆਂ, ਮਰਦ ਤੇ ਔਰਤ, ਅਤੇ ਉਹ ਸੋਚਦੇ ਕਿ ਨਾਨ ਬਾਈਨਰੀ ਪੀਪਲ ਹੋਣਾ ਇੱਕ ਚੈਲੰਜ ਹੈ, ਇਹ ਤਾਂ ਇੱਕ ਬਿਮਾਰੀ। ਐਸਾ ਕੁਛ ਨਹੀਂ ਹੈ। ਮੈਂ ਤਾਂ ਇਨਫੈਕਟ ਕਹੂੰਗਾ ਕਿ ਮੈਨੂੰ ਜਿੰਨੀ ਐਕਸੈਪਟੈਂਸ ਮਿਲੀ ਹੈ, ਇਮੋਸ਼ਨਲ, ਕਿਸੇ ਵੀ ਤਰੀਕੇ ਦੀ ਐਕਸੈਪਟੈਂਸ ਮਿਲੀ, ਮੈਨੂੰ ਸਾਰੀ ਜ਼ਿਆਦਾਤਰ ਐਕਸੈਪਟੈਂਸ ਮਿਲੀ ਹੀ ਸਟ੍ਰੇਟ ਕਮਿਊਨਿਟੀ ਤੋਂ ਹੈ। ਐਂਡ ਪਲੱਸ ਇੱਕ ਮੇਰੀ ਕਮਿਊਨਿਟੀ ਨੇ ਵੀ ਮੇਰੀ ਬਹੁਤ ਸਪੋਰਟ ਕੀਤੀ ਹੈ, ਕਰਦੀ ਵੀ ਹੈ। ਲਾਈਕ ਮੇਰੇ ਬਹੁਤ ਕਲੋਜ਼ ਨੇ ਗਜ਼ਲ ਧਾਲੀਵਾਲ, ਜੋ ਕਿ ਬਾਲੀਵੁੱਡ ਫਿਲਮ ਰਾਈਟਰ ਨੇ, ਉਹ ਮੇਰੀ ਬਹੁਤ ਸਪੋਰਟ ਕਰਦੇ ਹੈ। ਇਮੋਸ਼ਨਲੀ ਨਹੀਂ, ਮਤਲਬ ਹਰ ਕਿਸੇ ਤਰੀਕੇ ਨਾਲ ਵੀ, ਫਾਈਨੈਂਸ਼ੀਅਲੀ ਵੀ, ਮਤਲਬ ਮੇਰੀ ਨਹੀਂ, ਸਾਰੇ ਕੋਇਰ ਲੋਕਾਂ ਦੀ। ਕਿਉਂਕਿ ਸਮਵੇਅਰ ਮੈਨੂੰ ਲੱਗਦਾ ਕਿ ਮਤਲਬ ਜਦੋਂ ਆਪਾਂ ਆਪਣੇ ਕਮਿਊਨਿਟੀ ਦੇ ਲੋਕਾਂ ਦੇ ਨਾਲ ਕਲੋਜ਼ ਰਹਿੰਦੇ ਹਾਂ, ਤਾਂ ਮੈਨੂੰ ਫੀਲ ਹੁੰਦਾ ਕਿ ਇੱਕ ਨਾ ਸੈਂਸ ਆਫ ਬਿਲੋਂਗਿੰਗਨੈਸ ਹੁੰਦੀ ਕਿ ਵੀ ਮੈਂ ਬਿਲੋਂਗ ਕਰਦਾ ਕਿਤੇ ਨਾ ਕਿਤੇ, ਮੇਰੇ ਵਰਗੇ ਹੈ। ਬਿਲਕੁਲ। ਮਨਿੰਦਰ, ਹਾਲਾਂਕਿ ਇਹ ਇੰਟਰਵਿਊ ਤੁਹਾਡੀ ਨਿੱਜੀ ਜ਼ਿੰਦਗੀ 'ਤੇ ਨਹੀਂ ਹੈ, ਪਰ ਫਿਰ ਵੀ ਮੈਂ ਚਾਹੁੰਦੀ ਹਾਂ ਕਿ ਇਸ ਇੰਟਰਵਿਊ ਨੂੰ ਦੇਖਣ ਵਾਲੇ ਲੋਕ ਤੁਹਾਡੀ ਕਮਿਊਨਿਟੀ ਨੂੰ ਚੰਗੇ ਤਰੀਕੇ ਨਾਲ ਅਗਰ ਸਮਝਣਾ ਚਾਹੁਣ, ਜਾਂ ਆਲੇ ਦੁਆਲੇ ਤੁਹਾਡੀ ਕਮਿਊਨਿਟੀ ਦੇ ਅਗਰ ਲੋਕ ਉਹਨਾਂ ਦੇ ਵਿੱਚ ਰਹੇ ਨੇ, ਤਾਂ ਉਹ ਉਹਨਾਂ ਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਸਮਝ ਸਕਣ। ਮੈਂ ਚਾਹੂੰਗੀ ਕਿ ਇਹ ਚੀਜ਼ ਮੈਨੂੰ ਦੱਸੋ ਕਿ ਉਹ ਕਿਹੜੀ ਉਮਰ ਸੀਗੀ ਤੁਹਾਡੀ ਜਦੋਂ ਤੁਸੀਂ ਇਹ ਚੀਜ਼ਾਂ ਦੇਖਣੀਆਂ ਸ਼ੁਰੂ ਕੀਤੀਆਂ ਕਿ ਮੇਰੀ ਸੈਕਸ਼ੁਅਲਿਟੀ ਨੂੰ ਲੈ ਕੇ
ਮੇਰੇ ਪੇਰੈਂਟਸ ਦੀਆਂ ਨਜ਼ਰਾਂ ਦੇ ਵਿੱਚ ਵੀ ਇੱਕ ਸਵਾਲ ਹੈ ਅਤੇ ਜਿਹੜੇ ਆਲੇ ਦੁਆਲੇ ਲੋਕ ਨੇ ਉਹਦੇ ਵਿੱਚ ਸਾਡਾ ਆਸ ਗੁਆਂਢ ਵੀ ਆ ਜਾਂਦਾ, ਨੇਬਰਹੁੱਡ ਹੈ ਨਾ, ਜਾਂ ਉਹਦੇ ਵਿੱਚ ਸਾਡੇ ਨਾਲ ਪੜ੍ਹਦੇ ਬੱਚੇ ਵੀ ਆ ਜਾਂਦੇ ਨੇ ਸਕੂਲ ਦੇ ਵਿੱਚ, ਜਾਂ ਕੋਈ ਵੀ ਆ ਆਸ-ਪਾਸ ਜਿੰਨੇ ਵੀ ਲੋਕ ਤੁਹਾਡੇ ਵਾਸਤੇ ਹੁੰਦੇ ਨੇ, ਵੀ ਮੈਨੂੰ ਦੇਖ ਕੇ ਕਿਤੇ ਨਾ ਕਿਤੇ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਕੁਝ ਸਵਾਲ ਆ। ਇਹ ਜਦੋਂ ਬੜੀ ਛੋਟੀ ਏਜ ਆਪਾਂ 4th 5th ਸਟੈਂਡਰਡ 'ਚ ਨਹੀਂ ਹੁੰਦੇ, ਜਦੋਂ ਕੌਨਸ਼ੀਅਸ ਹੁੰਦੇ ਆ, ਆਪਾਂ ਨੂੰ ਪਿਊਬਰਟੀ ਹਿੱਟ ਕਰਦੀ ਹੈ, ਬੱਚਾ ਐਡੋਲੈਸੈਂਸ 'ਚ ਜਾਂਦਾ ਤਾਂ ਬੱਚੇ ਨੂੰ ਲੱਗਦਾ ਹੈ, ਮਤਲਬ ਬੋਡੀ ਚੇਂਜਸ ਜਦੋਂ ਆਉਣੇ ਸ਼ੁਰੂ ਹੋ ਜਾਂਦੇ ਆ, ਤਾਂ ਉਸੇ ਪੀਰੀਅਡ ਦੌਰਾਨ ਮੈਨੂੰ ਰਿਅਲਾਈਜ਼ ਹੋਇਆ, ਔਰ ਮੈਨੂੰ ਸੋਸਾਇਟੀ ਨੇ ਐਕਸਟਰਾ ਰਿਅਲਾਈਜ਼ ਕਰਾਇਆ, ਜਿਸ ਹਿਸਾਬ ਨਾਲ ਮਜ਼ਾਕ ਉਡਣਾ, ਐਕਸੈਪਟ ਨਾ ਕਰਨਾ, ਮੇਰੀ ਕਿਸੇ ਗੱਲ ਨੂੰ ਨਾ ਸੁਣਨਾ, ਰਾਈਟ, ਐਂਡ ਮਤਲਬ ਹਮੇਸ਼ਾ ਹੀ ਕਨਫਿਊਜ਼ਨ ਕ੍ਰੀਏਟ ਕਰਨੀ, ਇੱਧਰ ਕਿ ਉੱਧਰ, ਮਤਲਬ ਇੱਕ ਪ੍ਰੋਪਰ ਸਟ੍ਰੀਮਲਾਈਨ, ਮਤਲਬ ਇੱਕ ਜਗ੍ਹਾ 'ਤੇ ਮਤਲਬ ਇੱਕ ਫਲੋਇੰਗ ਤਰੀਕੇ 'ਚ ਨਹੀਂ ਜਾਣਾ। ਤਾਂ ਉਦੋਂ ਮੈਨੂੰ ਰਿਅਲਾਈਜ਼ ਹੋਇਆ ਕਿ ਮੇ ਬੀ ਇਹਨਾਂ ਲੋਕਾਂ ਨੂੰ ਮੇਰੇ 'ਚ ਕੁਛ ਡਿਫਰੈਂਟ ਲੱਗਦਾ ਹੈ, ਬਟ ਮੇਰੇ 'ਚ ਕੁਛ ਡਿਫਰੈਂਟ ਨਹੀਂ ਹੈ। ਮੈਂ ਵੀ ਇੱਕ ਆਰਡੀਨਰੀ ਇਨਸਾਨ ਵਾਂਗ ਇਨਸਾਨ ਹਾਂ, ਜੋ ਇੱਕ ਆਰਡੀਨਰੀ ਇਨਸਾਨ ਦੀ ਜ਼ਿੰਦਗੀ ਜਿਵੇਂ ਚੱਲਦੀ ਉਵੇਂ ਹੀ ਮੇਰੀ ਜ਼ਿੰਦਗੀ ਚੱਲਦੀ ਹੈ। ਤਾਂ ਉਦੋਂ ਫਿਰ ਮੈਂ ਸੈਲਫ ਲਵ ਜਾਂ ਸੈਲਫ ਐਕਸੈਪਟੈਂਸ ਵੱਲ ਦੇਖਿਆ ਕਿ ਲਾਈਫ ਦੇ ਵਿੱਚ ਕੁਏਰ ਬੰਦੇ ਲਈ ਨਹੀਂ, ਚਾਹੇ ਕੋਈ ਮੇਲ ਹੈ, ਫੀਮੇਲ ਹੈ, ਕੋਈ ਵੀ ਕਿਸੇ ਵੀ ਜੈਂਡਰ ਦਾ ਹੈ, ਇਰਰਿਸਪੈਕਟਿਵ ਆਫ ਦੈਟ, ਕਿ ਬੰਦੇ ਨੂੰ ਆਪਣੇ ਆਪ ਨੂੰ ਐਕਸੈਪਟ ਕਰਨਾ ਬਹੁਤ ਜ਼ਰੂਰੀ ਹੈ। ਬੰਦੇ ਨੂੰ ਆਪਣਾ ਸੱਚ ਜਿਉਣਾ, ਜਦੋਂ ਤੁਸੀਂ ਆਪਣਾ ਟਰੂਥ ਜੀਣਾ ਸ਼ੁਰੂ ਕਰ ਦਿੰਦੇ ਹੋ ਨਾ, ਸੋ ਆਈ ਬਿਲੀਵ ਉਦੋਂ ਲਾਈਫ 'ਚ ਬਹੁਤ ਚੇਂਜਸ ਹੁੰਦੇ ਆ, ਕਿਉਂਕਿ ਫਿਰ ਤੁਸੀਂ ਵਰਲਡ ਤੋਂ ਐਕਸਪੈਕਟੇਸ਼ਨਸ ਰੱਖਦੇ ਹੋ ਨਾ, ਕਿ ਇਨਸਾਨਾਂ ਤੋਂ, ਕਿ ਮੈਨੂੰ ਐਕਸੈਪਟ ਕਰੇ, ਬਿਕੋਜ਼ ਸੋਸਾਇਟੀ, ਮੈਨੂੰ ਲੱਗਦਾ ਕਿ ਸੋਸਾਇਟੀ ਤਾਂ ਕਦੇ ਨਹੀਂ ਕਿਸੇ ਨੂੰ ਐਕਸੈਪਟ ਕਰੇਗੀ। ਬਿਲਕੁਲ, ਬਿਕੋਜ਼ ਵੀ ਆਰ ਆਲ ਹਿਊਮਨਸ, ਆਪਾਂ ਇਨਸਾਨ, ਆਪਣੇ ਪਰਸਨਲ ਉਹਨੇ ਬਾਇਸਿਸ ਨੇ, ਆਪਣੀਆਂ ਪਰਸਨਲ ਓਪੀਨੀਅਨਸ ਨੇ। ਸੋ ਮੈਨੂੰ ਤਾਂ ਇਹੀ ਸੈਲਫ ਲਵ ਨੇ, ਸੈਲਫ ਐਕਸੈਪਟੈਂਸ ਨੇ ਹੀ, ਮੈਂ ਤਾਂ ਕਹੂੰਗਾ ਕਿ ਮੇਰੀ ਲਾਈਫ ਬਹੁਤ ਈਜ਼ੀ ਬਣਾਤੀ ਔਰ ਮੈਨੂੰ ਇੱਥੇ ਤੱਕ ਲਈ ਜਿੱਥੇ ਮੈਂ ਅੱਜ ਹਾਂ। ਕਿਉਂਕਿ ਉਹ ਜਿਹੜੀ ਉਮਰ ਹੁੰਦੀ ਹੈ ਨਾ, ਉਹਦੇ ਵਿੱਚ ਕਈ ਵਾਰ ਸਾਨੂੰ ਪਤਾ ਹੀ ਨਹੀਂ ਚੱਲ ਰਿਹਾ ਹੁੰਦਾ ਕਿ ਸਾਡੇ ਨਾਲ ਕੀ ਹੋ ਰਿਹਾ, ਜਾਂ ਲੋਕ ਮੈਨੂੰ ਕਿਉਂ ਅਲੱਗ ਸਮਝ ਰਹੇ ਨੇ, ਮੇਰਾ ਮਜ਼ਾਕ ਕਿਉਂ ਉਡਾਉਂਦੇ ਨੇ, ਮੇਰੇ ਤੁਰਨ ਦੀਆਂ ਨਕਲਾਂ ਕਿਉਂ ਕਰਦੇ ਨੇ, ਮੇਰੇ ਬੈਠਣ ਦੀਆਂ, ਮੇਰੇ ਬੋਲਣ ਦੀਆਂ, ਜਾਂ ਮੇਰੇ ਜੈਸਚਰ ਪੋਸਚਰਸ ਦੀਆਂ ਨਕਲਾਂ ਉਹ ਕਿਉਂ ਕਰਦੇ ਨੇਗੇ, ਹੈ ਨਾ। ਕਿਉਂਕਿ ਉਹ ਉਮਰ ਇੰਨੀ ਕੁ ਹੁੰਦੀ ਹੈ ਵੀ ਤੁਹਾਡਾ ਮਾਨਸਿਕ ਵਿਕਾਸ ਇੰਨਾ ਨਹੀਂ ਹੋਇਆ ਹੁੰਦਾ ਵੀ ਤੁਸੀਂ ਸਮਝ ਸਕੋ ਵੀ ਦੁਨੀਆ 'ਤੇ ਇੱਕ ਜੈਂਡਰ ਵਾਈਜ਼ ਇੱਕ ਤੀਜੀ ਕੈਟੇਗਰੀ ਵੀ ਹੈਗੀ ਆ, ਅਤੇ ਮੈਂ ਉਸ ਕੈਟੇਗਰੀ ਨੂੰ ਬਿਲੋਂਗ ਕਰਦਾ ਹਾਂ, ਹੈ ਨਾ। ਅਤੇ ਉਦੋਂ ਬੱਚਾ ਮੈਂਟਲ ਕਿਹੜੀ ਸਿਚੁਏਸ਼ਨ ਦੇ ਵਿੱਚ ਹੁੰਦਾ ਆ, ਮਤਲਬ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਮਾਨਸਿਕ ਤੌਰ 'ਤੇ ਤੰਗ ਕਰ ਰਹੀਆਂ ਹੁੰਦੀਆਂ ਨੇ। ਮੈਂ ਚਾਹੁੰਦੀ ਹਾਂ ਕਿ ਜਿਹੜੇ ਇਸ ਟਾਈਮ ਅਗਰ ਬੱਚੇ ਇਸ ਕਮਿਊਨਿਟੀ ਦੇ ਸਾਨੂੰ ਦੇਖ ਰਹੇ ਹੋਣ, ਹੈ ਨਾ, ਜਦੋਂ ਆਪਣੇ ਆਪ ਨੂੰ, ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਜਾਣ ਰਹੇ ਨੇ ਕਿ ਉਹ ਬਾਕੀਆਂ ਤੋਂ ਥੋੜ੍ਹਾ ਅਲੱਗ ਨੇ, ਜਾਂ ਲੋਕ ਉਹਨਾਂ ਨੂੰ ਇਹ ਮਹਿਸੂਸ ਕਰਵਾ ਰਹੇ ਨੇ ਕਿ ਤੁਸੀਂ ਸਾਡੇ ਵਰਗੇ ਨਹੀਂ ਹੈਗੇ, ਤਾਂ ਉਹ ਆਪਣੇ ਆਪ ਨੂੰ ਪੋਜ਼ੀਟਿਵ ਕਿਵੇਂ ਰੱਖ ਸਕਦੇ ਨੇ, ਉੱਥੇ ਸੈਲਫ ਐਕਸੈਪਟੈਂਸ ਕਿੱਥੋਂ ਸ਼ੁਰੂ ਕਰ ਸਕਦੇ ਨੇ ਉਹ? ਦੇਖੋ, ਜਿਵੇਂ ਆਪਾਂ ਨਿਊਜ਼ 'ਚ ਦੇਖਦੇ ਹਾਂ ਕਿ ਕਿੰਨੀ ਵਾਇਲੈਂਸ ਹੁੰਦੀ ਹੈ ਟਰਾਂਸ ਪੀਪਲ ਦੇ ਅਗੇਂਸਟ, ਕੁਏਰ ਫੋਕਸ ਦੇ ਅਗੇਂਸਟ ਕਿੰਨੀ ਵਾਇਲੈਂਸ ਹੁੰਦੀ ਹੈ। ਸਪੈਸ਼ਲੀ ਪਿੱਛੇ ਜਿਹੇ ਇੱਕ ਸਕੂਲ ਦਾ ਕੇਸ ਆਪਾਂ ਜਿਵੇਂ ਦੇਖਿਆ ਸੀਗਾ ਕਿ ਜਿਸ ਇੱਕ ਬੱਚਾ ਸੀਗਾ, ਇੱਕ ਤਾਂ ਵੀਲ ਚੇਅਰ 'ਤੇ ਸੀ, ਇੱਕ ਉਦੋਂ LGBT ਕਮਿਊਨਿਟੀ ਦਾ ਸੀ, ਆਈ ਥਿੰਕ ਗੁੜਗਾਉਂ ਦਾ ਜਿਹੜੀ ਨਿਊਜ਼ ਆਈ ਸੀ, ਅਤੇ ਉਦੋਂ ਉਸ ਬੱਚੇ ਨੂੰ ਅਦਰ ਫੀਲ ਕਰਾਇਆ ਗਿਆ। ਉਹ ਬੱਚਾ ਪਹਿਲਾਂ ਹੀ ਮੈਂਟਲੀ ਠੀਕ ਨਹੀਂ ਸੀ, ਬਿਕੋਜ਼ ਉਦੋਂ ਤਾਂ ਪਹਿਲਾਂ ਹੀ ਉਹਨੂੰ ਕੋਈ ਐਕਸੈਪਟ ਹੀ ਨਹੀਂ ਕਰ ਰਿਹਾ ਸਕੂਲ ਦੇ ਵਿੱਚ। ਇਨਫੈਕਟ ਇਹ ਚੀਜ਼ਾਂ ਮੈਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਫੇਸ ਕਰਨੀਆਂ ਪਈਆਂ। ਬੱਚੇ ਲਾਈਕ ਹੀ ਨਹੀਂ ਕਰਦੇ, ਮਤਲਬ ਸਾਡੇ ਨਾਲ ਬਹਿਣਾ, ਘੁੰਮਣਾ ਫਿਰਨਾ, ਮਤਲਬ ਉਹਨਾਂ ਦੇ ਆਪਣੇ ਬਾਇਸਿਸ ਹੁੰਦੇ ਆ, ਪਤਾ ਨਹੀਂ ਉਹਨਾਂ ਨੂੰ ਕੀ ਚੀਜ਼ ਹੋਲਡ ਬੈਕ ਕਰਦੀ ਹੈ ਸਾਡੇ ਨਾਲ ਉਹ ਹੈਂਗ ਆਊਟ ਕਰਨ ਲਈ। ਐਂਡ ਆਈ ਡੋਂਟ ਅੰਡਰਸਟੈਂਡ ਕਿ ਮਤਲਬ ਅਸੀਂ ਵੀ ਇੱਕ ਨੋਰਮਲ ਜ਼ਿੰਦਗੀ ਜੀ ਰਹੇ ਹਾਂ, ਹਮੇਸ਼ਾ ਸਾਨੂੰ ਦੂਸਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਸਮਥਿੰਗ ਇਜ਼ ਡਿਫਰੈਂਟ ਅਬਾਊਟ ਦੈਮ। ਸੋ ਸੈਲਫ ਐਕਸੈਪਟੈਂਸ ਲਈ ਤਾਂ ਮੇਰੀ ਹਰ ਇੱਕ ਕੁਏਰ ਬੱਚੇ ਨੂੰ ਇਹੀ ਹੈ ਕਿ ਉਹ ਹਮੇਸ਼ਾ ਇੱਕ ਲਾਈਨ ਹੈ, ਇਹ ਇਹਨਾਂ ਨੇ ਗਜ਼ਲ ਧਾਲੀਵਾਲ ਨੇ ਲਾਈਨ ਲਿਖੀ ਹੈ, ਰਿਮੈਂਬਰ ਯੂ ਆਰ ਨਾਟ ਅਲੋਨ। ਐਂਡ I totally live by this line। ਮਤਲਬ ਹਰ ਇੱਕ ਬੱਚਾ ਸੋਚੇ ਕਿ ਤੁਸੀਂ ਇਸ ਦੁਨੀਆ 'ਚ ਇਕੱਲੇ ਨਹੀਂ ਹੋ, ਤੁਹਾਡੇ ਵਰਗਾ ਕੋਈ ਨਾ ਕੋਈ ਇਸ ਦੁਨੀਆ 'ਚ ਹੈ। ਕੁਏਰ ਫਲੈਗ ਦੇਖੋ ਕਿੰਨਾ ਕਲਰਫੁਲ ਹੈ, ਰੇਨਬੋ
ਕਿੰਨੇ ਕਲਰਸ ਹੈ, ਮਲਟੀ ਕਲਰਡ ਹੈ, ਤਾਂ ਉਹ ਕਲਰ ਸਿਗਨੀਫਾਈ ਕਰਦੇ ਆ ਕਿ ਇਸ ਦੁਨੀਆ 'ਚ ਮਰਦ ਤੇ ਔਰਤ ਤੋਂ ਬਿਨਾਂ ਵੀ ਹੋਰ ਰੰਗ ਵੀ ਬਹੁਤ ਹੈ। ਕਿ ਅਗਰ ਤੁਸੀਂ ਦੁਨੀਆ ਨੂੰ ਰੰਗ ਬਰੰਗੀ ਦੇਖਣਾ ਚਾਹੁੰਦੇ ਹੋ ਕਿ ਬਲੈਕ ਐਂਡ ਵਾਈਟ ਨਾ ਹੋਵੇ, ਤਾਂ ਹਰ ਕਿਸੇ ਰੰਗ ਨੂੰ ਐਕਸੈਪਟ ਕਰੋ। ਜਿਵੇਂ ਆਪਾਂ ਕੱਪੜਿਆਂ 'ਚ ਡਿਫਰੈਂਟ ਰੰਗ ਪਾਉਂਦੇ ਆ ਐਂਡ ਆਪਾਂ ਨੂੰ ਕਦੇ ਕੋਈ ਇਸ਼ੂ ਨਹੀਂ ਹੁੰਦਾ, ਆਪਾਂ ਹਮੇਸ਼ਾ ਹੀ ਡਿਫਰੈਂਟ ਰੰਗ ਭਾਲਦੇ ਹਾਂ। ਵਾਈ ਨਾਟ ਇੱਕ ਇਨਸਾਨਾਂ ਦੇ ਵੀ ਡਿਫਰੈਂਟ ਰੰਗ ਕਿਉਂ ਨਹੀਂ ਹੋ ਸਕਦੇ? ਸੋ ਆਈ ਥਿੰਕ ਅਗਰ ਉਹਨਾਂ ਨੇ ਅਗਰ ਕੋਈ ਬੱਚਾ ਫੀਲ ਵੀ ਕਰ ਰਿਹਾ, ਸਭ ਤੋਂ ਵੱਡੀ ਰਿਕੁਐਸਟ ਤਾਂ ਪੇਰੈਂਟਸ ਨੂੰ ਹੈ, ਉਹਨਾਂ ਨੂੰ ਜਿਵੇਂ ਉਹਦਾ ਬੱਚਾ ਹੈ, ਆਫਟਰ ਆਲ ਉਹਨਾਂ ਨੇ ਹੀ ਜਨਮ ਦਿੱਤਾ ਹੈ, ਜਿਵੇਂ ਦਾ ਵੀ ਬੱਚਾ ਹੈ ਜਸਟ ਐਕਸੈਪਟ ਕਰਨ, ਚਾਹੇ ਉਹ ਉਹਨੂੰ ਜਿਵੇਂ ਦਾ ਵੀ ਹੈ, ਚਾਹੇ ਫਲॉड ਹੈ, ਕੋਈ ਹਰ ਕਿਸੇ 'ਚ ਫਲॉज ਹੈ ਮੇਰੇ ਹਿਸਾਬ ਨਾਲ, ਆਪਾਂ ਇਨਸਾਨ ਆ, ਮੇਰੇ 'ਚ ਵੀ ਫਲॉज ਹੈ, ਸਾਰਿਆਂ 'ਚ ਫਲॉज ਹੈ। ਇਟਸ ਅਬਾਊਟ ਐਕਸੈਪਟੈਂਸ, ਵਿਜ਼ਿਬਿਲਿਟੀ, ਕਿ ਤੁਸੀਂ ਉਹਨਾਂ ਨੂੰ ਕਿਵੇਂ ਐਕਸੈਪਟ ਕਰ ਰਹੇ ਹੋ, ਉਹਨਾਂ ਨੂੰ ਕਿਵੇਂ ਟਰੀਟ ਕਰਿਆ ਜਾ ਰਿਹਾ। ਮੈਂ ਐਕਸੈਪਟੈਂਸ ਦੇ ਜਦੋਂ ਮੈਂ ਐਕਸੈਪਟੈਂਸ ਕਹਿ ਰਿਹਾ, ਮੇਰਾ ਮਤਲਬ ਇਹ ਨਹੀਂ ਕਿ ਸਿੰਪੈਥਾਈਜ਼ ਕਰੋ, ਉਹਨਾਂ ਨੂੰ ਵਿਚਾਰੇ ਵਾਲੀ ਨਿਗਾਹ ਨਾਲ ਦੇਖੋ। ਨਹੀਂ, ਹੁਣ ਜੇ ਮੈਂ ਆਪਣੇ ਬਾਰੇ ਗੱਲ ਕਰਾਂ, ਅਗਰ ਮੇਰੇ ਤੋਂ ਕੋਈ ਐਕਸੈਪਟ ਕਰੇ ਕਿ ਮੈਂ ਬੀਇੰਗ ਕੁਅਰ ਕਿਸੇ ਨਾਲ ਬਹੁਤ ਸੌਫਟ ਹੋ ਕੇ ਚੱਲਾਂ ਔਰ ਵੀ ਮੈਂ ਤਾਂ ਮਾਰਜਨਲਾਈਜ਼ਡ ਹਾਂ, ਵੀ ਮੇਰੀ ਤਾਂ ਕਮਿਊਨਿਟੀ ਬਹੁਤ ਹੀ ਮਾਰਜਨਸ 'ਤੇ ਰਹਿੰਦੀ ਹੈ, ਤਾਂ ਮੈਂ ਥੋੜ੍ਹਾ ਜਿਹਾ ਕਲਚਰਡ ਜਾਂ ਮਤਲਬ ਥੋੜ੍ਹਾ ਜਿਹਾ ਸੌਫਟ ਸਪੋਕਨ ਜਾਂ ਥੋੜ੍ਹਾ ਸੋਚ ਸਮਝ ਕੇ ਚੱਲਾਂ, ਨਹੀਂ, ਮੈਂ ਤਾਂ ਕਹੂੰਗਾ ਕਿ ਮੈਂ ਤਾਂ ਬਹੁਤ ਇਕੁਅਲੀ ਡਿਮਾਂਡਿੰਗ ਹਾਂ। ਜੋ ਇੱਕ ਨੋਰਮਲ ਬੰਦੇ ਦੀ ਡਿਮਾਂਡ ਹੁੰਦੀ ਹੈ, ਇੱਕ ਜਿਵੇਂ ਨੋਰਮਲ ਬੰਦਾ ਗਲਤ ਨੂੰ ਗਲਤ ਕਹਿੰਦਾ, ਸਹੀ ਨੂੰ ਸਹੀ ਕਹਿੰਦਾ, ਮੈਂ ਤਾਂ ਬਿਲਕੁਲ ਉਵੇਂ ਕਹਿੰਦਾ। ਔਰ ਮੈਂ ਆਪ ਬਹੁਤ ਆਊਟਸਪੋਕਨ ਹਾਂ, ਬਹੁਤ ਲਾਊਡ ਹਾਂ ਚੀਜ਼ਾਂ ਬਾਰੇ। ਐਂਡ ਆਈ ਥਿੰਕ ਉਸ ਚੀਜ਼ ਨੇ ਮੈਨੂੰ ਜਿਵੇਂ ਹੈਲਪ ਕੀਤਾ, ਉਹ ਹਰ ਕਿਸੇ ਨੂੰ ਹੈਲਪ ਕਰੇਗੀ। ਬਿਕੋਜ਼ ਜੋ ਤੁਸੀਂ ਵੈਨ ਯੂ ਸਟਾਰਟ ਰੀਡਿੰਗ ਬੁੱਕਸ, ਤੁਸੀਂ ਬੁੱਕਸ ਥਰੂ ਜੋ ਆਊਟ ਆਫ ਬਾਡੀ ਐਕਸਪੀਰੀਅੰਸ, ਔਰ ਤੁਸੀਂ ਵਾਈਕੈਰੀਅਸਲੀ ਤਾਂ ਰਹਿੰਦੇ ਹੀ ਰਹਿੰਦੇ ਹੋ, ਮਤਲਬ ਹੋਰ ਚੀਜ਼ਾਂ ਬਹੁਤ ਸਿੱਖਦੇ ਹੋ ਕਿ ਐਕਸੈਪਟੈਂਸ ਪੇਰੈਂਟਸ ਦੀ ਨਹੀਂ ਹੈ, ਤੁਹਾਨੂੰ ਵਰਲਡ ਦੇ ਵਿੱਚ ਹੋਰ ਚੀਜ਼ਾਂ ਬਹੁਤ ਨੇ, ਹੋਰ ਬਹੁਤ ਜ਼ਿਆਦਾ ਬਿਊਟੀ ਹੈ। ਬਿਲਕੁਲ, ਕਿ ਅਗਰ ਪੇਨ ਹੈ ਲਾਈਫ ਦੇ ਵਿੱਚ ਤਾਂ ਬਿਊਟੀ ਬਹੁਤ ਜ਼ਿਆਦਾ ਹੈ। ਤਾਂ ਹਰ ਇੱਕ ਬੱਚੇ ਨੂੰ ਸੈਲਫ ਰਿਲਾਇੰਟ ਹੋਣ ਲਈ ਇੱਕ ਮੈਨੂੰ ਇਹ ਵੀ ਹੈ ਕਿ ਦੇ ਮਸਟ ਸਟੱਡੀ ਹਾਰਡ ਲਾਈਫ ਦੇ ਵਿੱਚ। ਮੈਨੂੰ ਐਜੂਕੇਸ਼ਨ ਨੇ ਬਹੁਤ ਹੈਲਪ ਕੀਤਾ ਹੈ। ਲਾਈਕ +2 ਤੋਂ ਬਾਅਦ ਜਦੋਂ ਮੈਂ ਬੀ ਆਨਰਸ ਇੰਗਲਿਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਕੀਤੀ, ਫਿਰ MA ਇੰਗਲਿਸ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਮੇਰੇ ਪ੍ਰੋਫੈਸਰਸ ਬੜੇ ਸਪੋਰਟਿਵ ਸੀਗੇ। ਆਈ ਰਿਮੈਂਬਰ ਮੇਰੇ ਟੀਚਰਸ ਸਪੈਸ਼ਲੀ ਵੰਦਨਾ ਮੈਮ, ਇੰਦਰਦੀਪ ਮੈਮ, ਹਰਪ੍ਰੀਤ ਗਰੇਵਾਲ ਮੈਮ, ਜਸਪ੍ਰੀਤ ਮੰਡੇਰ ਮੈਮ, ਇਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ। ਮੈਨੂੰ ਉਹਨਾਂ ਨੇ ਕਦੇ ਅਦਰ ਫੀਲ ਹੀ ਨਹੀਂ ਹੋਣ ਦਿੱਤਾ। ਇਕੁਅਲੀ ਜੋ ਮਤਲਬ ਸਾਡੇ ਹਰਪ੍ਰੀਤ ਗਰੇਵਾਲ ਮੈਮ, ਇਹ ਥੋੜ੍ਹੇ ਜਿਹੇ ਮੈਮ ਸਟ੍ਰਿਕਟ ਸੀਗੇ, ਜੋ ਹੋਰਾਂ ਨੂੰ ਝਿੜਕਦੇ ਸੀਗੇ, ਮੈਨੂੰ ਲੱਗਦਾ ਮੈਨੂੰ ਵੀ ਇਕੁਅਲੀ ਝਿੜਕਾਂ ਪੈਂਦੀਆਂ ਹੁੰਦੀਆਂ ਸੀ ਕਲਾਸ ਦੇ ਵਿੱਚ, ਬਿਕੋਜ਼ ਉਹਨਾਂ ਨੇ ਮੈਨੂੰ ਕਦੇ ਡਿਫਰੈਂਟ ਤਰੀਕੇ ਨਾਲ ਦੇਖਿਆ ਹੀ ਨਹੀਂ। ਸੋ ਆਈ ਬਿਲੀਵ ਜਦੋਂ ਟੀਚਰਸ, ਪ੍ਰੋਫੈਸਰਸ ਆਪ ਉਹਨਾਂ ਨੂੰ ਇਕੁਅਲੀ ਟਰੀਟ ਕਰਨ ਲੱਗ ਜਾਣ ਤਾਂ ਸਭ ਕੁਝ ਇਕੁਅਲ ਫੀਲ ਹੁੰਦਾ ਹੈ ਕਿ ਯੈਸ ਵੀ ਆਰ ਨੋ ਡਿਫਰੈਂਟ, ਵੀ ਆਰ ਆਲ ਇਕੁਅਲ। ਬਿਲਕੁਲ, ਮੈਨੂੰ ਲੱਗਦਾ ਹੁੰਦਾ ਹੈ ਕਿ ਜਿਵੇਂ ਇਸ ਕਮਿਊਨਿਟੀ ਦਾ ਸਟਰਗਲ ਦੋਨੇ ਥਾਵੇਂ ਰਹਿੰਦਾ, ਇੱਕ ਘਰ ਤੇ ਇੱਕ ਬਾਹਰ, ਪਰ ਜਦੋਂ ਘਰੇ ਉਹਨਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਤੇ ਮੈਨੂੰ ਲੱਗਦਾ ਉਹਨਾਂ ਨੂੰ ਬਾਹਰ ਜਾ ਕੇ ਲੋਕਾਂ ਨੂੰ ਫੇਸ ਕਰਨਾ, ਉਹਨਾਂ ਦਾ ਸਾਹਮਣਾ ਕਰਨਾ, ਉਹਨਾਂ ਹਾਲਾਤਾਂ ਦਾ ਸਾਹਮਣਾ ਕਰਨਾ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਹੈ ਨਾ। ਆਪਾਂ ਉਹ ਗੱਲ ਵੀ ਕਰਾਂਗੇ ਜ਼ਰੂਰ ਕਿ ਜਦੋਂ ਪੇਰੈਂਟਸ ਆਪਣੇ ਹੀ ਬੱਚੇ ਨੂੰ ਐਕਸੈਪਟ ਨਹੀਂ ਕਰਦੇ ਤਾਂ ਉਹਦਾ ਬੱਚੇ 'ਤੇ ਅਸਰ ਕੀ ਹੁੰਦਾ ਹੈ? ਆਈ ਬਿਲੀਵ ਪੇਰੈਂਟਸ ਦਾ ਇੱਕ ਬੱਚੇ ਦੀ ਲਾਈਫ ਦਾ ਫਾਊਂਡੇਸ਼ਨ ਹੁੰਦੇ ਆ। ਇੱਕ ਪੇਰੈਂਟਸ ਤੋਂ ਹੀ ਬੱਚੇ ਦੀ ਲਾਈਫ ਸ਼ੁਰੂ ਹੁੰਦੀ ਹੈ। ਸ਼ੁਰੂ ਤੋਂ ਲੈ ਕੇ ਆਪਾਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਪੂਰੀ ਐਂਡ ਤੱਕ ਲਾਈਫ ਦੇ ਮਤਲਬ ਜਦ ਤੱਕ ਡੈਥ ਨਹੀਂ ਹੁੰਦੀ, ਪੇਰੈਂਟਸ ਹੀ ਆਪਣੇ ਨਾਲ ਰਹਿੰਦੇ ਆ। ਅਤੇ ਮੈਨੂੰ ਲੱਗਦਾ ਜਦੋਂ ਪੇਰੈਂਟਸ ਐਕਸੈਪਟ ਕਰ ਲੈਂਦੇ ਆ, ਬੱਚੇ ਦਾ ਜਿਹੜਾ ਮੋਰਾਲ ਹੁੰਦਾ, ਇਟ ਗੋਜ਼ ਮੈਨੀ ਨੌਚਿਸ ਅਬਵ, ਉਹ ਬਹੁਤ ਉੱਪਰ ਚਲੇ ਜਾਂਦਾ ਕਿ ਯਾਰ ਮੈਂ ਕਿਉਂ ਡਰ ਕੇ ਰਵਾਂ, ਮੇਰੇ ਪੇਰੈਂਟਸ, ਮੇਰੇ ਮੰਮੀ ਡੈਡੀ ਮੇਰੇ ਨਾਲ ਖੜੇ ਆ, ਮੈਂ ਕਿਉਂ ਡਰਾਂ ਕਿਸੇ ਤੋਂ। ਐਂਡ ਇਸ ਕਮਿਊਨਿਟੀ ਦੇ ਵਿੱਚ ਯੂਜੂਅਲੀ ਇਹੀ ਪ੍ਰੋਬਲਮ ਹੈ ਕਿ ਬਹੁਤ ਹੀ ਘੱਟ ਪੇਰੈਂਟਸ ਸਪੋਰਟ ਕਰਦੇ ਆ, ਬਹੁਤ ਹੀ ਘੱਟ ਪੇਰੈਂਟਸ, ਬਿਕੋਜ਼ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਸਾਡੇ ਬੱਚੇ ਨਾਲ ਕੁਝ ਗਲਤ ਹੈ, ਨਹੀਂ ਸਾਡੇ ਬੱਚੇ ਨਾਲ ਕੁਝ ਗਲਤ ਹੈ, ਇਹਨੂੰ ਬਿਮਾਰੀ ਹੈ। ਅਤੇ ਮਤਲਬ ਮੈਂ ਪੰਜਾਬ 'ਚ ਕਈ ਲੋਕ ਦੇਖੇ, ਮੇਰੇ ਕਿੰਨੇ ਫਰੈਂਡਸ ਹੈ ਜਿਨ੍ਹਾਂ ਨੂੰ ਉਹਦੇ ਪੇਰੈਂਟਸ ਬਾਬਿਆਂ ਕੋਲ ਲੈ ਜਾਂਦੇ ਆ ਕਿ ਨਹੀਂ ਤਾਂ ਮੈਂਟਲ ਇਲਨੈਸ ਹੈ, ਇਹ ਕੋਈ ਬਿਮਾਰੀ ਨਹੀਂ ਹੈ, ਇਹ ਕੋਈ ਬਿਮਾਰੀ ਬਿਲਕੁਲ ਨਹੀਂ ਹੈ। ਇਨਫੈਕਟ ਇਹ ਮੇਰਾ ਬੜਾ ਦਿਲ ਦੁਖਦਾ ਜਦੋਂ ਮੈਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਬਾਬਿਆਂ ਕੋਲ ਲੈ ਜਾਂਦੇ ਆ। ਐਂਡ ਮੇਰਾ ਇੱਕ ਫਰੈਂਡ ਹੈ, ਮੈਂ ਚਲੋ ਉਹਦਾ ਨਾਮ ਨਹੀਂ ਲਊਂਗਾ, ਉਹਨਾਂ ਨੂੰ ਉਹ ਬਾਬਾ ਕਹਿੰਦਾ ਜੀ ਤਾਂ ਬਿਮਾਰੀ ਹੈ, ਇਹ ਚੀਜ਼ ਹੋਣਾ ਤਾਂ ਬਿਮਾਰੀ ਹੈ। ਉਹਦੀ ਪੂਰੀ ਬਾਡੀ 'ਤੇ ਕੁਛ ਉਹਨੇ ਗਰਮ ਲਗਾ ਕੇ ਕੋਈ ਦਵਾਈ ਲਗਾ ਕੇ ਦਿਖਾਈ, ਬਟ ਕੁਛ ਵੀ ਨਹੀਂ ਹੋਇਆ। ਸਾਡੀ ਕਮਿਊਨਿਟੀ ਦੇ ਵਿੱਚ ਤੁਸੀਂ ਦੇਖੋ ਸੁਸਾਈਡ ਰੇਟ ਬਹੁਤ ਹੈ।
ਬਟ ਜਦੋਂ ਜੌਬਸ ਨਹੀਂ ਮਿਲਦੀਆਂ ਤਾਂ ਟਰਾਂਸ ਲੋਕ ਸਪੈਸ਼ਲੀ ਹੋਰ ਵੀ ਕੁਅਰ ਲੋਕ ਬੈਗਿੰਗ, ਤੁਸੀਂ ਰੈੱਡ ਲਾਈਟਸ 'ਤੇ ਦੇਖਦੇ ਹੋਵੋਗੇ ਬੈਗਿੰਗ ਕਰਦੇ ਹੈ ਤੇ ਸਮ ਇਵਨ ਟਰਨ ਟੂ ਸੈਕਸ ਵਰਕ। ਹਾਂ ਬਿਲਕੁਲ ਠੀਕ ਹੈ। ਉਸ ਦੌਰਾਨ ਤੇ ਜਿਹੜੀ ਮੈਂਟਲ ਫਰਸਟ੍ਰੇਸ਼ਨ ਹੁੰਦੀ ਹੈ, ਜਿਵੇਂ ਹੁਣ ਜਦੋਂ ਆਪਾਂ ਕਿਸੇ ਕੁਅਰ ਬੰਦੇ ਦੀ ਗੱਲ ਕਰਦੇ ਹਾਂ ਤਾਂ ਆਪਾਂ ਇੱਕੋ ਚੀਜ਼ ਦੇਖਦੇ ਹਾਂ, ਨਹੀਂ ਯਾਰ ਇਹ ਤਾਂ ਸਿਰਫ ਤੁਹਾਨੂੰ ਪਤਾ ਹੀ ਹੈ ਤਾਂ ਸਿਰਫ ਗਲਤ ਕੰਮਾਂ ਲਈ ਨੇ, ਐਸਾ ਕੁਝ ਨਹੀਂ ਹੈ। ਉਹ ਜਦੋਂ ਇੱਕ ਫਰਸਟ੍ਰੇਸ਼ਨ ਹੁੰਦੀ ਹੈ ਨਾ ਅੰਦਰ ਕਿ ਯਾਰ ਮੈਨੂੰ ਕੋਈ ਐਕਸੈਪਟ ਨਹੀਂ ਕਰਦਾ, ਫਿਰ ਬੰਦੇ ਨੇ ਜ਼ਿੰਦਗੀ ਜੀਣੀ ਹੈ, ਕੋਈ ਨਾ ਕੋਈ ਤਾਂ ਬੰਦਾ ਰਸਤਾ ਦੇਖਦਾ ਹੀ ਹੈ ਨਾ। ਬਿਲਕੁਲ। ਦੇਖੋ ਸਾਡੀ ਕਮਿਊਨਿਟੀ 'ਚ ਕਿੰਨੇ ਬੱਚੇ ਸਕੂਲ ਡ੍ਰੌਪ ਆਊਟਸ ਹੈ ਔਰ ਕਿੰਨੇ ਹੀ HIV AIDS ਤੋਂ ਪੋਜ਼ਿਟਿਵ ਹੋ ਜਾਂਦੇ ਆ। ਔਰ ਹਾਲਾਂਕਿ ਕੌਣ ਚਾਹੁੰਦਾ ਕਿ ਕਿਸੇ ਨੂੰ ਬਿਮਾਰੀ ਹੋਵੇ, ਬਟ ਹਾਲਾਤ ਹੀ ਸੋਸਾਇਟੀ ਐਸੇ ਕਰ ਦਿੰਦੀ ਹੈ ਕਿ ਇਹ ਚੀਜ਼ਾਂ ਹੋ ਜਾਂਦੀਆਂ ਲਾਈਫ ਦੇ ਵਿੱਚ। ਤੇ ਈਵਨ ਜਦੋਂ ਪੇਰੈਂਟਸ ਬੱਚਿਆਂ ਨੂੰ ਐਕਸੈਪਟ ਨਹੀਂ ਕਰਦੇ ਹੈਗੇ ਤਾਂ ਜਿਵੇਂ ਤੁਸੀਂ ਕਿਹਾ ਕਿ ਉਹ ਘਰੋਂ ਭੱਜ ਜਾਂਦੇ ਨੇ, ਉਸ ਤੋਂ ਬਾਅਦ ਉਹ ਸੈਕਸ ਵਰਕਰ ਬਣ ਜਾਂਦੇ ਨੇ ਜਾਂ ਫਿਰ ਆਪਾਂ ਕਹਿ ਲਓ ਕਿ ਸੁਸਾਈਡ ਤੱਕ ਵੀ ਕਰ ਲੈਂਦੇ ਨੇ। ਤੇ ਇਸ ਤੇ ਅਗਰ ਮੈਂ ਗੱਲ ਕਰਾਂ ਤਾਂ ਸਭ ਤੋਂ ਵੱਡੀ ਗੱਲ ਪੇਰੈਂਟਸ ਨੂੰ ਇਹ ਸਮਝਣੀ ਚਾਹੀਦੀ ਹੈ ਕਿ ਐਜ਼ ਲੌਂਗ ਐਜ਼ ਉਹਦਾ ਬੱਚਾ ਲਾਈਫ 'ਚ ਅੱਛਾ ਚੱਲ ਰਿਹਾ ਹੈ, ਕਿਸੇ ਨੂੰ ਹਰਟ ਨਹੀਂ ਕਰ ਰਿਹਾ, ਐਪਰੋਪਰੀਏਟ ਤਰੀਕੇ ਨਾਲ ਚੱਲ ਰਿਹਾ ਹੈ, ਵਧੀਆ ਪੜ੍ਹ ਲਿਖ ਰਿਹਾ ਹੈ, ਤਾਂ ਸੈਕਸ਼ੁਅਲਿਟੀ ਤਾਂ ਮਤਲਬ ਉਹਦਾ ਜੈਂਡਰ, ਉਹਦੀ ਸੈਕਸ਼ੁਅਲ ਓਰੀਐਂਟੇਸ਼ਨ ਤਾਂ ਬਿਲਕੁਲ ਮੈਟਰ ਕਰਨੀ ਹੀ ਨਹੀਂ ਚਾਹੀਦੀ। ਬਿਕੋਜ਼ ਆਪਾਂ ਕਹਿੰਦੇ ਨਹੀਂ ਕਿ ਬੰਦਾ ਜਦੋਂ 18 ਤੋਂ ਬਾਅਦ ਇੰਡੀਆ ਦੇ ਵਿੱਚ ਕਿ ਉਹਨੂੰ ਫਰੀडम ਦੇ ਦੇਣੀ ਚਾਹੀਦੀ ਹੈ। ਸੋ ਆਈ ਥਿੰਕ ਬੱਚਿਆਂ ਨੂੰ ਵੀ ਪੇਰੈਂਟਸ ਨੂੰ ਇਕੁਅਲੀ ਸਪੇਸ ਦੇਣੀ ਚਾਹੀਦੀ ਹੈ, ਕਿਉਂਕਿ ਜਦੋਂ ਘਰ ਦੇ ਵਿੱਚ ਬੱਚਾ ਸੇਫ ਫੀਲ ਕਰਦਾ ਹੈ, ਘਰ ਦੇ ਵਿੱਚ ਐਕਸੈਪਟਡ ਫੀਲ ਕਰਦਾ ਹੈ, ਉਹ ਨੈਚੁਰਲੀ ਬਾਹਰ ਵੀ ਐਕਸੈਪਟਡ ਫੀਲ ਕਰੇਗਾ। ਬਿਲਕੁਲ। ਐਂਡ ਮੋਸਟ ਇੰਡੀਅਨ ਹੋਮਸ ਔਰ ਸਪੈਸ਼ਲੀ ਪੰਜਾਬ ਦੇ ਵਿੱਚ ਮੈਂ ਦੇਖਿਆ ਘਰ ਦੇ ਵਿੱਚ ਐਕਸੈਪਟੈਂਸ ਤਾਂ ਦੂਰ ਦੀ ਗੱਲ ਹੈ ਕਿ ਉਹ ਇਹਨਾਂ ਲੋਕਾਂ ਬਾਰੇ ਗੱਲ ਹੀ ਕਰਨੀ ਅਲਾਉਡ ਨਹੀਂ ਹੈ। ਇਹਨਾਂ ਲੋਕਾਂ ਬਾਰੇ ਗੱਲ ਹੀ ਕਰਨੀ। ਹੁਣ ਤੁਸੀਂ ਅਗਰ ਆਪਾਂ ਪੰਜਾਬੀ ਫਿਲਮਸ ਦੀ ਗੱਲ ਕਰੀਏ, ਪੰਜਾਬੀ ਲਿਟਰੇਚਰ ਦੇ ਆਪਾਂ ਜਾਈਏ, ਤੁਸੀਂ ਕਿੰਨੀਆਂ ਫਿਲਮਾਂ ਵਿੱਚ ਕੁਅਰ ਲੋਕ ਦੇਖਦੇ ਹੋ? ਦੱਸੋ ਕੋਈ ਦੇਖਦੇ? ਜੇ ਦੇਖਦੇ ਵੀ ਆ ਤਾਂ ਉਹਦਾ ਮਜ਼ਾਕ ਹੀ ਉਡਾਇਆ ਜਾਂਦਾ। ਹਾਂ, ਮੈਂ ਇਸ ਚੀਜ਼ ਤੇ ਵੀ ਗੱਲ ਕਰਨਾ ਚਾਹੁੰਦੀ ਸੀਗੀ, ਹੈ ਨਾ। ਉਹਦਾ ਮਜ਼ਾਕ ਹੀ ਉਡਾਇਆ ਜਾਂਦਾ ਹੈ ਔਰ ਕਦੇ ਮਤਲਬ ਸਿੰਸੀਅਰ ਤਰੀਕੇ ਨਾਲ ਨਹੀਂ ਦਿਖਾਇਆ ਜਾਂਦਾ ਹੈਗਾ। ਐਂਡ ਉਹ ਇਕੁਅਲੀ ਉਹ ਬਹੁਤ ਡੈਮੇਜਿੰਗ ਹੁੰਦਾ ਹੈ। ਚੰਗੇ ਤਰੀਕੇ ਨਾਲ ਰੈਪਰੈਜ਼ੈਂਟੇਸ਼ਨ ਕਰਨਾ ਮਤਲਬ ਟਾਈਮ ਲੱਗਦਾ ਹੈ ਕਿ ਉਸ ਚੀਜ਼ ਦਾ ਪੋਜ਼ਿਟਿਵ ਇੰਪੈਕਟ ਆਉਣ ਲਈ, ਬਟ ਜਦੋਂ ਆਪਾਂ ਕੋਈ ਨੈਗੇਟਿਵ ਚੀਜ਼ ਪੇਸ਼ ਕਰਦੇ ਉਹ ਚੀਜ਼ ਦਾ ਡਬਲ ਇਫੈਕਟ ਹੁੰਦਾ। ਬਿਲਕੁਲ। ਤਾਂ ਆਈ ਥਿੰਕ ਪੰਜਾਬੀ ਫਿਲਮਸ ਕੈਨ ਬ੍ਰਿੰਗ ਅਬਾਊਟ ਅ ਗ੍ਰੇਟ ਚੇਂਜ ਕਿ ਜਿਸ ਕੁਅਰ ਕਰੈਕਟਰਸ ਹੈ ਜਿਸ ਉਹਨਾਂ ਨੂੰ ਪ੍ਰੋਪਰ ਵੌਇਸ ਮਿਲ ਰਹੀ ਹੈ ਐਂਡ ਜੌਬ ਓਪਰਚੁਨਿਟੀਜ਼ ਹੈ, ਜਿੱਥੇ ਆਪਾਂ ਦੇਖ ਰਹੇ ਹਾਂ ਕਿ ਵੀ ਕੁਅਰ ਲੋਕ ਪ੍ਰਾਊਡਲੀ ਕੰਮ ਕਰ ਰਹੇ ਹੈ, ਜਿੱਥੇ ਇਹਨਾਂ ਵਾਸਤੇ ਪ੍ਰੋਪਰ ਇਹਨਾਂ ਦੇ ਉਹ ਬਣੇ ਹੁੰਦੇ ਆ ਵੀ ਇਹਨਾਂ ਵਾਸਤੇ ਪ੍ਰੋਪਰ ਸਪੋਰਟ ਸਿਸਟਮ ਹੈ ਕਿ ਵਰਕ ਪਲੇਸ 'ਤੇ ਵੀ ਉਹਨਾਂ ਨੂੰ ਸਪੋਰਟ ਹੈ, ਇਮੋਸ਼ਨਲੀ ਵੀ ਉਹਨਾਂ ਨੂੰ ਫੀਲ ਹੁੰਦਾ ਕਿ ਯੈਸ ਸਾਨੂੰ ਐਕਸੈਪਟ ਕਰ ਰਹੇ ਆ। ਇਸ ਚੀਜ਼ ਨਾਲ ਬਹੁਤ ਚੇਂਜ ਆਏਗਾ। ਹਾਂ ਮਨਿੰਦਰ, ਤੁਹਾਨੂੰ ਲੱਗਦਾ ਹੈ ਕਿ ਇਹਦੀ ਵਜ੍ਹਾ ਕਿਤੇ ਨਾ ਕਿਤੇ LGBT ਕਮਿਊਨਿਟੀ ਦੇ ਬਾਰੇ ਅਵੇਅਰਨੈਸ ਨਾ ਹੋਣਾ ਵੀ ਆ? ਕਿਉਂਕਿ ਜਦੋਂ ਜਿੰਨੀ ਕੁ ਵੀ ਗੱਲ ਹਮੇਸ਼ਾ ਕੀਤੀ ਜਾਂਦੀ ਆ, ਹੈ ਨਾ, ਜਾਂ ਜਿੰਨੇ ਕੁ ਆਲੇ ਦੁਆਲੇ ਆਪਾਂ ਇਸ ਕਮਿਊਨਿਟੀ ਦੇ ਲੋਕਾਂ ਨੂੰ ਜਾਂ ਕੁਅਰ ਕਹਾਉਣਾ ਤੁਸੀਂ ਪਸੰਦ ਕਰਦੇ ਹੋ ਨਾ, ਇਹਨਾਂ ਲੋਕਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਜਾਂ ਤਾਂ ਆਪਾਂ ਕਹਿੰਦੇ ਹਾਂ ਵੀ ਤਰਸ, ਜਾਂ ਆਪਾਂ ਕਹਿੰਦੇ ਹਾਂ ਵੀ ਇਹਨਾਂ ਦੇ ਮੂੰਹ ਨਹੀਂ ਲੱਗਣਾ ਹੈਗਾ, ਹੈ ਨਾ। ਗੁੱਸਾ ਨਾ ਕਰਿਓ, ਪਰ ਅਸੀਂ ਜੋ ਸ਼ਬਦ ਬੋਲਦੇ ਹਾਂ ਉਹ ਇਹ ਹੁੰਦਾ ਕਿ ਇਹਨਾਂ ਦੇ ਮੂੰਹ ਨਹੀਂ ਲੱਗਣਾ ਹੈਗਾ, ਕਿਉਂਕਿ ਉਹਨਾਂ ਨੂੰ ਜਦੋਂ ਵੀ ਕਿਤੇ ਸੁਸਾਇਟੀ ਦੇ ਵਿੱਚ ਦਿਖਾਇਆ ਜਾਂਦਾ ਜਾਂ ਉਹਨਾਂ ਬਾਰੇ ਭਾਵੇਂ ਉਹ ਫਿਲਮ ਦਾ ਕੋਈ ਕਰੈਕਟਰ ਹੋਵੇ ਜਾਂ ਕੁਛ ਵੀ ਹੋਵੇ, ਜਾਂ ਤਾਂ ਉਹਨਾਂ ਨੂੰ ਮਜ਼ਾਕ ਦੇ ਪਾਤਰ ਦਿਖਾਇਆ ਜਾਂਦਾ ਜਾਂ ਫਿਰ ਦਿਖਾਇਆ ਜਾਂਦਾ ਕਿ ਇਹ ਮਤਲਬ ਨੈਗੇਟਿਵ ਸ਼ੇਡ ਉਹਨਾਂ ਦਾ ਹਮੇਸ਼ਾ ਦਿਖਾਇਆ ਜਾਂਦਾ, ਹੈ ਨਾ। ਤੇ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਪ੍ਰੋਪਰ ਅਵੇਅਰਨੈਸ ਹੀ ਨਹੀਂ ਹੈ ਇਸ ਕਮਿਊਨਿਟੀ ਬਾਰੇ ਲੋਕਾਂ ਦੇ ਵਿੱਚ? ਯੂ ਆਰ ਐਬਸੋਲੂਟਲੀ ਰਾਈਟ। ਅਵੇਅਰਨੈਸ ਮਤਲਬ ਮੈਨੂੰ ਲੱਗਦਾ ਕਿ ਇੱਕ ਬੱਚਾ ਚਲੋ ਪੇਰੈਂਟਸ ਤੱਕ ਘਰੇ ਚੀਜ਼ਾਂ ਬਾਰੇ ਸਿਖਾਉਂਦੇ, ਬਟ ਪੇਰੈਂਟਸ ਲਈ ਮੁਸ਼ਕਿਲ ਹੁੰਦਾ ਬਿਕੋਜ਼ ਉਹਨਾਂ ਨੇ ਵੀ ਸਕੂਲ 'ਚ ਇਹ ਚੀਜ਼ਾਂ ਬਾਰੇ ਨਹੀਂ ਪੜ੍ਹਿਆ ਹੁੰਦਾ, ਉਹਨਾਂ ਨੂੰ ਵੀ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ। ਚਲੋ ਟੈਕਨੋਲੋਜੀ ਕਰਕੇ ਹੁਣ ਬਹੁਤ ਕੁਝ ਚੇਂਜ ਹੋ ਗਿਆ, ਬਹੁਤ ਚੇਂਜਿਸ ਆਏ ਨੇ, ਬਟ ਆਈ ਥਿੰਕ ਜਦੋਂ ਮੇਰਾ ਟਾਈਮ ਸੀ, ਹੁਣ ਵੀ ਕਈ ਸਕੂਲਾਂ, ਤੁਸੀਂ ਪੰਜਾਬ ਦੇ ਕਿਸੇ ਪਿੰਡਾਂ ਦੇ ਸਕੂਲਾਂ ਜਾ ਕੇ ਇਹ ਚੀਜ਼ਾਂ ਟੀਚਰਸ ਕਿੱਥੇ ਡਿਸਕਸ ਕਰਦੇ ਹੋਣਗੇ? ਬਿਕੋਜ਼ ਮੈਂ ਹੁਣ ਜਿਵੇਂ ਕਿਹਾ ਕਿ ਆਪਣੇ ਕੋਲ ਪੰਜਾਬੀ 'ਚ ਵੀ ਆਪਣੇ ਕੋਲ ਆਪਾਂ ਕਈ ਨਹੀਂ ਦੇਖਦੇ ਬੁੱਕਸ, ਹਾਲਾਂਕਿ ਇੰਗਲਿਸ਼ ਲਿਟਰੇਚਰ 'ਚ ਤਾਂ ਬਹੁਤ ਬੁੱਕਸ ਆਉਂਦੀਆਂ ਨੇ, ਅਤੇ ਪੰਜਾਬੀ 'ਚ ਆਪਾਂ ਕਿੱਥੇ ਬੁੱਕਸ ਦੇਖਦੇ? ਪੰਜਾਬੀ ਫਿਲਮਾਂ 'ਚ ਰਿਪਰੈਜ਼ੈਂਟੇਸ਼ਨ ਨਹੀਂ ਹੈ, ਅਤੇ ਇਹ ਚੀਜ਼ਾਂ ਸਿਲੇਬਸ 'ਚ ਨਹੀਂ ਪੜ੍ਹਾਈਆਂ ਜਾਂਦੀਆਂ ਹੈਗੀਆਂ, ਤਾਂ ਟੀਚਰਸ ਖੁਦ ਨਹੀਂ ਅਵੇਅਰ ਹੈਗੇ। ਅਤੇ
ये मतलब ये ओवरनाइट प्रोसेस नहीं है, चेंज आऊगा, सब कुछ चेंज होगा, बट ये बहुत टाइम लगेगा एंड चेंज आ रहा है हौली 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 हौली। एंड मैं विश्वास करदा स्मॉल स्टैप्स बिगेट बिग रेवोल्यूशनस की, छोटे छोटे स्टैप्स नाल एक ना एक दिन चेंज आऊगा। बट मेरी एक रिक्वेस्ट जरूर है कि टीचर्स स्पैशली अपने स्टूडेंट्स अगर उन्होंने कोई स्टूडेंट है थोड़े जे सेंसिटिव होके चलन, थोड़े जे सेंसिटिव होके चलन, बिकॉज आई एम रिमाइंडेड ऑफ अरुंधति एज शी राइट्स, कहते भी दैट्स वॉट केयरलैस वर्ड्स डू, दे मेक पीपल लव यू लिटल लैस। लाइफ ਦੇ ਵਿੱਚ ਇੱਕ केयरलैस वर्ड ही ना दूसरे बंदे ਨੂੰ ਕਹਿੰਦਾ ਕਿ ਨਹੀਂ, दूसरा बंदा पिछे हो जाता कि नहीं ये बंदा नहीं मैंने एक्सैप्ट करता, ये वर्ड्स केयरलैस है। अगर मैं अपने बारे ऑनेस्टली गल करा तो मैं बहुत ही प्रिविलेज्ड फैमिली चो हाँ, जिथे सब कुछ रीडली अवेलेबल मिले, मेरे फ्रेंड्स हैं, मतलब प्रिविलेज्ड इन एवरी सेंस। मतलब मैं अपने जो क्वेयर फ्रेंड्स की गल कर, मेरे किन्ने ही फ्रेंड्स हैं, प्रिविलेज तो दूर की गल, जिन्होंने अपनी शाम की रोटी का नहीं पता, बिल्कुल, बट वो जिंदगी फिर भी बड़े जज्बे नाल जी रहे हैं। मैं कहूँगा मेरे तो वध निडर होकर जिंदगी जी रहे हूँ। तो जिंदगी अपनी इस नाल तो मैं नहीं कहता कि तुसीं ये समझौता कर लो कि नहीं मैं एवें नहीं, मैं एवें दा ही रहूँगा। नो, जो एक आम इंसान मेल फीमेल करता है ਉਹੀ चीज़ां एक क्वेयर इंसान करे, बिकॉज ਉਹਦਾ भी इक्वल हक है। बिल्कुल, ਉਹਦਾ भी इक्वली हक है पढ़न ਦਾ, ਉਹਦਾ भी इक्वली हक है बाहर जाਣ ਦਾ, ਉਹਦਾ भी हक है जो ने पाना है पाण ਦਾ। ਤਾਂ ਮੈਨੂੰ ਲੱਗਦਾ ਕਿ ਆਪਾਂ ਨਾ ਇੱਕ ਇਨਸਾਨ ਨੂੰ ਉਹਦੀ ਬਾਡੀ ਨਾਲ ਹੀ ਦੇਖਦੇ ਹਾਂ, ਬਿਲਕੁਲ, ਕਿ ਉਹਦੀ ਲੁੱਕਸ ਕੀ ਡਿਫਾਈਨ ਕਰ ਰਹੀ ਹੈ। ਉਹ ਕਾਲਾ ਹੈ, ਹੀ ਅਗਲੀ, ਅਗਰ ਉਹ ਗੋਰਾ ਹੈ ਉਹ ਬਿਊਟੀਫੁਲ। ਮਤਲਬ ਆਪਾਂ ਜਿਹੜੀ ਇਨਰ ਬਿਊਟੀ ਹੈ ਕਹਿੰਦੇ ਉਹ ਉਹਦੇ ਕੋਲ ਉਹਦੇ ਤੱਕ ਪਹੁੰਚ ਹੀ ਨਹੀਂ ਪਾਉਂਦੇ, ਬਿਕੋਜ਼ ਆਪਾਂ ਇੰਨੀ ਕਿ ਐਜ਼ ਹਿਊਮਨਸ ਆਪਾਂ ਲਿਮਿਟ ਕਰਦੇ ਹਾਂ ਆਪਣੀਆਂ ਹੀ ਪਰਸਨਲ ਓਪੀਨੀਅਨਸ ਔਰ ਪ੍ਰੀ ਕਨਸੈਪਸ਼ਨਸ ਆਪਣੇ ਨੇ, ਜਿਨ੍ਹਾਂ ਤੋਂ ਆਪਾਂ ਨੂੰ ਬਿਲਕੁਲ ਟੁੱਟਣਾ ਪਏਗਾ ਟੂ ਐਕਸੈਪਟ ਐਵਰੀਵਨ। ਸੋ ਆਈ ਥਿੰਕ ਐਵਰੀਵਨ ਇਜ਼ ਬਿਊਟੀਫੁਲ ਤੇ ਐਂਡ ਵੀ ਮਸਟ ਐਕਸੈਪਟ ਐਵਰੀਵਨ, नो मैटर उनकी सैक्शुअल ओरिएंटेशन की है, नो मैटर उनकी बॉडी शेप किवें दी है, नो मैटर उनका फेस कंपलैक्शन किवें दा है, नो मैटर उनकी कास्ट की है, रेस की है, रिलीजन की है। वी आर ऑल ह्यूमनस एंड आई थिंक आपां एज ह्यूमनस वी आर ऑल वन। बिल्कुल। सो इत्थे मैं फिल्म मेकरस नूं ज़रूर कहना चाहूँगी, मैं पिछे जी एक पंजाबी फिल्म देखी सी, ਤੁਹਾਡੀ ਗੱਲ ਹੁਣ ਸੁਣਨ ਤੋਂ ਬਾਅਦ ਮੈਨੂੰ ਲੱਗਿਆ ਕਿ ਇੱਕ ਉਹਨਾਂ ਨੇ ਜਿਹੜਾ ਇੱਕ ਸੀਨ ਕ੍ਰੀਏਟ ਕੀਤਾ ਫਿਲਮ ਦੇ ਵਿੱਚ, ਉਹਨਾਂ ਨੇ ਸ਼ਾਇਦ ਆਪਣੀ ਆਡੀਅנס ਨੂੰ ਹਸਾਉਣ ਦੇ ਲਈ ਕੀਤਾ, ਕਿਉਂਕਿ ਹਮੇਸ਼ਾ ਇਹ ਕਹਿੰਦੇ ਨੇ ਕਿ ਫਿਲਮ ਇਜ਼ ਆਲ ਅਬਾਊਟ ਐਂਟਰਟੇਨਿੰਗ, ਹੈ ਨਾ, ਜਾਂ ਆਲ ਅਬਾਊਟ ਐਂਟਰਟੇਨਮੈਂਟ। ਤਾਂ ਫਿਲਮ ਸਿਰਫ ਐਂਟਰਟੇਨਮੈਂਟ ਦਾ ਹਿੱਸਾ ਹੀ ਨਹੀਂ ਹੁੰਦੀਆਂ, ਮਤਲਬ ਫਿਲਮ ਦੇ ਥਰੂ ਦਿਖਾਈਆਂ ਗਈਆਂ ਕੁਛ ਚੀਜ਼ਾਂ ਸਮਾਜ ਦੇ ਉੱਪਰ ਕਿੰਨਾ ਅਸਰ ਪਾਉਂਦੀਆਂ ਨੇ। ਹੁਣ ਜਿੰਨੇ ਵੀ ਲੋਕਾਂ ਨੇ ਸਿਨੇਮਾ 'ਚ ਬੈਠ ਕੇ ਜਾਂ ਜਦੋਂ ਫਿਲਮ ਟੀਵੀ 'ਤੇ ਆਈ ਉਹਨਾਂ ਨੇ ਉਸ ਸੀਨ ਨੂੰ ਦੇਖਿਆ ਹੋਊਗਾ ਤਾਂ ਉਹਨੂੰ ਲੱਗਿਆ ਕਿ ਇਹ ਜਿਹੜੇ ਲੋਕ ਨੇ ਇਹ ਹਮੇਸ਼ਾ ਮਜ਼ਾਕ ਦਾ ਹੀ ਪਾਤਰ ਬਣੇ ਰਹਿੰਦੇ ਨੇ, ਇਹਨਾਂ ਕਰਕੇ ਦੂਜਿਆਂ ਨੂੰ ਹੱਦ ਮਹਿਸੂਸ ਕਰਨੀ ਪੈਂਦੀ ਹੈ। ਤਾਂ ਜੇ ਮੇਰੇ ਆਲੇ ਦੁਆਲੇ ਜਾਂ ਮੇਰੇ ਘਰ ਦੇ ਵਿੱਚ ਕੋਈ ਇੱਦਾਂ ਦਾ ਇਨਸਾਨ ਆ ਤਾਂ ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਸੋ ਉੱਥੇ ਜਦੋਂ ਅਸੀਂ ਇੱਦਾਂ ਦੀਆਂ ਚੀਜ਼ਾਂ ਸਿਨੇਮਾ ਦੇ ਉੱਪਰ ਜਾ ਕੇ ਦਿਖਾਵਾਂਗੇ ਕਿ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਤੁਸੀਂ ਹੱਸਣ ਦੇ ਲਈ, ਮਜ਼ਾਕ ਕਰਨ ਦੇ ਲਈ, ਪੁੱਠੇ ਸਿੱਧੇ ਨਾਂ ਰੱਖਣ ਦੇ ਲਈ ਵਰਤ ਸਕਦੇ ਹੋ, ਤਾਂ ਮੈਂ ਉੱਥੇ ਕਦੇ ਨਹੀਂ ਚਾਹੂੰਗੀ ਕਿ ਮੇਰੇ ਘਰ ਦੇ ਵਿੱਚੋਂ ਜਾਂ ਮੇਰੇ ਆਸ-ਪਾਸ ਕੋਈ ਇੱਦਾਂ ਦਾ ਬੰਦਾ ਹੋਵੇ ਜਿਹਨੂੰ ਮੈਂ ਆਪਣਾ ਕਹਾਂ, ਹੈ ਨਾ, ਕਿਉਂਕਿ ਇਹਨਾਂ 'ਤੇ ਤਾਂ ਹਮੇਸ਼ਾ ਲੋਕ ਹੱਸਦੇ ਹੀ ਹੁੰਦੇ ਨੇ। ਐਕਸੈਪਟੈਂਸ ਦੀ ਆਪਾਂ ਗੱਲ ਕਰ ਰਹੇ ਸੀਗੇ ਮਨਿੰਦਰ, ਬਹੁਤ ਸਾਰੇ ਤੁਹਾਡੀ ਕਮਿਊਨਿਟੀ ਦੇ ਲੋਕ ਸੈਕਸ ਚੇਂਜ ਸਰਜਰੀਜ਼ ਵੀ ਕਰਵਾਉਂਦੇ ਨੇਗੇ, ਕਿ ਉਸ ਚੀਜ਼ ਨੂੰ ਤੁਸੀਂ ਸਪੋਰਟ ਕਰ ਸਕਦੇ ਹੋ? ਵੈਸੇ ਹਰ ਇੱਕ ਦਾ ਇਹ ਇੰਡੀਵਿਜੂਅਲ ਡਿਸੀਜਨ ਹੋ ਸਕਦਾ ਕਿ ਉਹ ਮਤਲਬ ਚਾਹੁਣ ਤਾਂ ਉਹ ਪੂਰੀ ਤਰ੍ਹਾਂ ਦੇ ਨਾਲ ਕੁੜੀ ਬਣ ਸਕਦੇ ਨੇ। ਬਿਲਕੁਲ ਆਈ ਟੋਟਲੀ ਸਪੋਰਟ ਇਟ, ਬਿਕੋਜ਼ ਅਗਰ ਆਪਾਂ ਦੇਖੀਏ ਐਟ ਦ ਐਂਡ ਉਹਨਾਂ ਦੀ ਬਾਡੀ ਹੈ, ਇਟ ਇਜ਼ देयर ਬਾਡੀ, ਉਹਨਾਂ ਨੇ ਆਪਣੀ ਬਾਡੀ, ਉਹਨਾਂ ਦੀ ਲਾਈਫ ਹੈ ਤੇ ਆਪਣੀ ਟਰਮਸ ਤੇ ਜਿਵੇਂ ਜੀਣਾ ਚਾਹੁੰਦੇ ਉਹਨਾਂ ਦਾ ਪੂਰਾ ਹੱਕ ਹੈ। ਬਿਕੋਜ਼ ਜਦੋਂ ਆਪਾਂ ਐਕਸੈਪਟੈਂਸ ਦੇ ਅੰਡਰ ਸਾਰਾ ਕੁਝ ਹੀ ਕਵਰ ਕਰਤਾ, ਰੇਨਬੋ ਫਲੈਗ ਜਿਵੇਂ ਕਲਰ ਸਾਰਾ ਕੁਝ ਹੀ ਆਪਾਂ ਐਕਸੈਪਟ ਕਰ ਰਹੇ ਹਾਂ ਕਿ ਆਪਾਂ ਐਜ਼ ਹਿਊਮਨਸ ਵਨ ਆ, ਤਾਂ ਬੰਦਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹਨਾਂ ਦੀ ਪਰਸਨਲ ਚੋਇਸ ਹੈ। ਔਰ ਐਂਡ ਆਪਾਂ ਜਿਵੇਂ ਤੁਸੀਂ ਫਿਲਮਸ ਦਾ ਕਿਹਾ ਕਿ ਮਜ਼ਾਕ ਉਡਾਇਆ, ਇਸ ਚੀਜ਼ ਲਈ ਗੁਰਦੀਪ ਮੈਂ ਆਈ ਮਸਟ ਸੇ ਇਸ ਚੀਜ਼ ਲਈ ਮੇਰੀ ਕਮਿਊਨਿਟੀ ਦੇ ਜਾਂ ਕਈ LGBT ਲੋਕ ਵੀ ਰਿਸਪੌਂਸਿਬਲ ਹੈ। ਰੀਜ਼ਨ ਜਿਵੇਂ ਕਿ ਪ੍ਰਮੋਟਿੰਗ ਵਲਗੈਰਿਟੀ, ਬਿਲਕੁਲ, nudity for no reason,
just to feel accepted ਤੁਸੀਂ ਅਗਰ ਉਹ ਤਰੀਕੇ ਨਾਲ ਮਤਲਬ I don't have any problem ਉਹਨਾਂ ਦੀ ਪਰਸਨਲ ਲਾਈਫ ਹੈ ਬਟ ਸਮਵੇਅਰ ਉਹ ਚੀਜ਼ਾਂ ਇੱਕ ਨੈਗੇਟਿਵ ਇੰਪ੍ਰੈਸ਼ਨ ਛੱਡਦੀਆਂ ਨੇ ਬਿਲਕੁਲ ਤੇ ਪਰ ਮਾਸਿਸ ਦੇ ਉੱਤੇ ਮੇਰੇ ਹਿਸਾਬ ਨਾਲ ਉਹ ਚੀਜ਼ਾਂ ਇੰਨਾ ਨੈਗੇਟਿਵ ਇੰਪ੍ਰੈਸ਼ਨ ਛੱਡਦੀਆਂ ਨੇ ਕਿ ਉਹ ਨੈਗੇਟਿਵ ਇੰਪ੍ਰੈਸ਼ਨ ਜਿਹੜੀ ਚੀਜ਼ ਚੰਗੀ ਹੋ ਰਹੀ ਹੁੰਦੀ ਹੈ ਉਹਨੂੰ ਵੀ ਓਵਰਸ਼ੈਡੋ ਕਰ ਜਾਂਦੀ ਹੈ ਤਾਂ ਕੁਇਰ ਲੋਕਾਂ ਨੂੰ ਵੀ ਆਈ ਥਿੰਕ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਉਹਨਾਂ ਨੂੰ ਵੀ ਲਾਈਫ ਦੇ ਵਿੱਚ ਪੜ੍ਹਨਾ ਚਾਹੀਦਾ ਹੈ ਲਾਈਫ ਦੇ ਵਿੱਚ ਬਹੁਤ ਓਪਰਚੁਨਿਟੀਜ਼ ਮਿਲਦੀਆਂ ਆਈ ਥਿੰਕ ਆਈ ਐਮ ਵੈਰੀ ਬਲੈਸਡ ਕਿ ਮੈਨੂੰ ਲਾਈਫ ਦੇ ਵਿੱਚ ਕਿਸੇ ਜੋ ਵੀ ਮੈਂ ਲਾਈਫ 'ਚ ਕਰਨਾ ਚਾਹਿਆ ਮੈਂ ਹਮੇਸ਼ਾ ਕੀਤਾ ਆਈ ਆਲਵੇਜ਼ ਵਾਂਟਡ ਟੂ ਪਰਸਿਊ ਇੰਗਲਿਸ਼ ਲਿਟਰੇਚਰ ਕਿ ਮੈਂ ਮਾਸਟਰਸ ਕਰਾਂ ਬੀ ਔਨਰਸ ਇੰਗਲਿਸ਼ ਕਰਾਂ ਐਂਡ ਬਹੁਤ ਅੱਛਾ ਕੀਤਾ ਐਂਡ ਬਹੁਤ ਅੱਛੇ ਨੰਬਰਾਂ ਨਾਲ ਕੀਤਾ ਮੈਂ ਹਮੇਸ਼ਾ ਹੀ ਇੱਕ ਬ੍ਰਾਈਟ ਸਟੂਡੈਂਟ ਰਿਹਾ ਐਂਡ ਅੱਜ ਵੀ ਮੇਰੇ ਪ੍ਰੋਫੈਸਰ ਜਦੋਂ ਮੈਨੂੰ ਦੱਸਦੇ ਆ ਕਿ ਦੈਟ ਮਨਿੰਦਰ ਵੀ ਵੈਰੀ ਪ੍ਰਾਊਡ ਆਫ ਯੂ ਆਈ ਫੀਲ ਗੁੱਡ ਸੋ ਮਤਲਬ ਮੇਰਾ ਵੀ ਕੋਈ ਲੋਕਾਂ ਨੂੰ ਇਹੀ ਇੱਕ ਰਿਕੁਐਸਟ ਹੈ ਕਿ ਵਲਗੈਰਿਟੀ ਪ੍ਰਮੋਟ ਕਰਨਾ ਨਿਊਡਿਟੀ ਪ੍ਰਮੋਟ ਕਰਨਾ ਬਹੁਤ ਲੋਕ ਹੈ ਇੰਸਟਾਗ੍ਰਾਮ ਮਤਲਬ ਤੁਸੀਂ ਦੇਖੋ ਰੀਲ 'ਤੇ ਬਹੁਤ ਲੋਕ ਹੈ ਜਿਨ੍ਹਾਂ ਦੇ ਕੁਛ ਇੱਕ ਹਰਕਤਾਂ ਕਰਕੇ ਐਕਟਸ ਕਰਕੇ ਪੂਰੀ ਕਮਿਊਨਿਟੀ ਪੂਰੀ ਦ ਇੰਟਾਇਰ LGBT ਕਮਿਊਨਿਟੀ ਹੈਜ਼ ਟੂ ਪੇ ਦ ਬ੍ਰੰਟ ਸਾਰੀ ਕਮਿਊਨਿਟੀ ਉੱਤੇ ਗੱਲ ਆ ਜਾਂਦੀ ਹੈ ਤਾਂ ਆਈ ਥਿੰਕ ਉਹਨਾਂ ਨੂੰ ਵੀ ਥੋੜ੍ਹਾ ਕੌਨਸ਼ੀਅਸ ਹੋਣਾ ਪਏਗਾ ਫਿਲਮ ਮੇਕਰਸ ਦੀ ਡਿਊਟੀ ਹੈ ਬਟ ਫਿਲਮ ਮੇਕਰਸ ਵੀ ਉਹ ਰਿਪਰੈਜ਼ੈਂਟੇਸ਼ਨ ਕਦੋਂ ਤੱਕ ਕਰਨਗੇ ਬਿਕੋਜ਼ ਜ਼ਿਆਦਾ ਤਾਂ ਸੈੱਲ ਨੈਗੇਟਿਵ ਪਾਰਟ ਹੁੰਦਾ ਨਾ ਜਦ ਤੱਕ ਨੈਗੇਟਿਵ ਪਾਰਟ ਸੈੱਲ ਹੋਣਾ ਨਹੀਂ ਬੰਦ ਹੋਏਗਾ ਤਾਂ ਪੋਜ਼ਿਟਿਵ ਪਾਰਟ ਕਿੱਥੋਂ ਆਏਗਾ ਪਰ ਕਿਤੇ ਨਾ ਕਿਤੇ ਜਿਵੇਂ ਆਪਾਂ ਐਕਸੈਪਟੈਂਸ ਦੀ ਗੱਲ ਕਰ ਰਹੇ ਸੀਗੇ ਹੈ ਨਾ ਜਿਵੇਂ ਤੁਸੀਂ ਕਿਹਾ ਕਿ ਜੋ ਮੈਂ ਹਾਂ ਪਹਿਲਾਂ ਮੈਨੂੰ ਐਕਸੈਪਟ ਕਰਨਾ ਚਾਹੀਦਾ ਹੈ ਨਾ ਅਤੇ ਫਿਰ ਜਦੋਂ ਆਪਾਂ ਆਪਣਾ ਜੈਂਡਰ ਚੇਂਜ ਕਰਵਾਉਣ ਬਾਰੇ ਸੋਚਦੇ ਹਾਂ ਜਾਂ ਉਹ ਸਰਜਰੀ ਕਰਵਾ ਲੈਂਦੇ ਕਿਤੇ ਨਾ ਕਿਤੇ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਖੁਦ ਆਪਣੇ ਆਪ ਨੂੰ ਐਕਸੈਪਟ ਹੀ ਨਹੀਂ ਕੀਤਾ ਜਿਸ ਰੂਪ 'ਚ ਤੁਸੀਂ ਸੀਗੇ ਆਈ ਬਿਲੀਵ ਫਸਟ ਆਫ ਆਲ ਇਹ ਇੱਕ ਪਰਸਨਲ ਚੋਇਸ ਵਾਲੀ ਗੱਲ ਹੋ ਜਾਂਦੀ ਹੈ ਕਿ ਬੰਦੇ ਨੇ ਕਿਵੇਂ ਜੀਣਾ ਲਾਈਫ ਦੇ ਵਿੱਚ ਹੁਣ ਯੂ ਸੀ ਆਪਾਂ ਕਈ ਵਾਰੀ ਦੇਖਦੇ ਹਾਂ ਨੇ ਕਿ ਉਹ ਕੁੜੀ ਬੜੀ ਟੌਮ ਬॉयਿਸ਼ ਜੀ ਹੈ ਉਹ ਤਾਂ ਮੁੰਡਿਆਂ ਵਾਂਗ ਬਾਲ ਕੱਟੇ ਹੋਏ ਨੇ ਮੁੰਡੇ ਵਾਂਗ ਕੱਪੜੇ ਪਾ ਕੇ ਰੱਖਦੀ ਹੈ ਤਾਂ ਮੈਂ ਤਾਂ ਸਿੰਸ ਡੇ 1 ਮੈਂ ਵਿਸ਼ਵਾਸ ਕਰਦਾ ਕਿ ਹਰ ਇੱਕ ਹਿਊਮਨ ਬੋਡੀ ਦੇ ਵਿੱਚ ਇਟਸ ਅ ਮਿਕਸ ਦੋਨੋਂ ਜੈਂਡਰਸ ਦਾ ਮਿਕਸ ਹੈ ਹਰ ਇੱਕ ਹਿਊਮਨ ਬੋਡੀ ਦੋਨੋਂ ਜੈਂਡਰਸ ਦਾ ਮਿਕਸ ਹੈ ਐਂਡ ਬੋਥ ਦ ਜੈਂਡਰਸ ਆਰ ਇਕੁਅਲੀ ਬਿਊਟੀਫੁਲ ਐਂਡ ਵੀ ਆਪਾਂ ਜਿਵੇਂ ਸੋਚ ਕਹਿੰਦੇ ਵੀ ਜੇ ਕੋਈ ਥੋੜ੍ਹਾ ਜਿਹਾ ਡਿਫਰੈਂਟ ਚੱਲਦਾ ਕਿ ਦੇਖੀ ਉਹ ਲੇਡੀ ਸਾਈਕਲ ਚਲਾ ਰਿਹਾ ਉਹ ਕੁੜੀ ਕਿੰਨੀ ਟੌਮ ਬॉयਿਸ਼ ਜੀ ਹੈ ਉਹ ਕਿੰਨੀ ਲਾਊਡ ਹੈ ਵੀ ਉਹਨੂੰ ਕਿਸੇ ਦੀ ਪਰਵਾਹ ਨਹੀਂ ਕਰਦੀ ਤਾਂ ਆਈ ਬਿਲੀਵ ਜਿਹੜੇ ਸੈਕਸ ਰੀਅਸਾਈਨਮੈਂਟ ਸਰਜਰੀ ਲੋਕ ਜਾਂਦੇ ਹਨ ਇਟਸ देयर ਪਰਸਨਲ ਚੋਇਸ ਬਟ देयर इज दिस टर्म कॉल्ड जेंडर डायस्फोरिया जेंडर डिस्फोरिक ਹੁੰਦੇ ਆ ਲੋਕ ਤੇ ਆਈ ਹੈਵ ਮੈਨੀ ਫਰੈਂਡਸ ਜਿਹੜੇ ਇਸ ਰਸਤੇ ਕਹਿੰਦੇ ਆ ਬਹੁਤ ਹੀ ਹੈਪੀਲੀ ਲੋਕ ਜੀ ਰਹੇ ਹੈ ਐਂਡ ਮਤਲਬ ਮੇਰੇ ਜਿਹੜੇ ਵੀ ਫਰੈਂਡਸ ਹੈ ਮੈਨੂੰ ਕਦੇ ਇਸ ਨਿਗਾਹ ਨਾਲ ਦੇਖਿਆ ਨਹੀਂ ਕਿ ਯਾਰ ਨੋ ਦਿਸ ਪਰਸਨ ਯੂਜ਼ਡ ਟੂ ਬੀ ਬॉय ਐਂਡ ਯੂ ਨੋ ਇਸ ਤੇ ਟ੍ਰਾਂਜੀਸ਼ਨ ਕਰੇ ਨੋ ਉਹ ਮੇਰੇ ਵਾਸਤੇ ਇੱਕ ਇਨਸਾਨ ਹੈ ਜਿਵੇਂ ਆਮ ਇੱਕ ਇਨਸਾਨ ਹੈ ਬਸ ਇੱਕ ਇਨਸਾਨ ਹੈ ਸੇਮ ਉਹਦੇ ਵੀ ਸਾਹ ਚੱਲਦੇ ਆ ਉਹਦੀ ਵੀ ਅੱਖਾਂ ਚੱਲ ਰਹੀਆਂ ਸੇਮ ਤਰੀਕੇ ਨਾਲ ਬੋਲਦਾ ਤਾਂ ਆਈ ਥਿੰਕ ਇਹ ਚੀਜ਼ ਇਟਸ ਮੋਰ ਅਬਾਊਟ ਤੁਸੀਂ ਸੋਸਾਇਟੀ 'ਚ ਕਿਵੇਂ ਚੱਲਦੇ ਹੋ ਤੁਸੀਂ ਆਪਣਾ ਵਰਤਾਰਾ ਕਿਵੇਂ ਰੱਖਦੇ ਹੋ ਤਾਂ ਸੋਸਾਇਟੀ 'ਚ ਬਹੁਤ ਚੰਗੇ ਲੋਕ ਵੀ ਹੈ ਮਤਲਬ ਮੇਰੀ ਲਾਈਫ 'ਚ ਤਾਂ ਮੈਨੂੰ ਬਹੁਤ ਹੀ ਚੰਗੇ ਲੋਕ ਮਿਲੇ ਜਿਹੜੇ ਤੁਹਾਨੂੰ ਇਕੁਅਲੀ ਐਕਸੈਪਟ ਕਰ ਰਹੇ ਤੁਹਾਡੇ ਨਾਲ ਇਕੁਅਲੀ ਪ੍ਰਾਊਡ ਹੈ ਤਾਂ ਐਕਸੈਪਟੈਂਸ ਦੀ ਜਦੋਂ ਗੱਲ ਆ ਜਾਂਦੀ ਹੈ ਆਪਣੇ ਆਪ ਨੂੰ ਐਕਸੈਪਟ ਕਰਨਾ ਹੀ ਕਰਨਾ ਹੈ ਸੋ ਆਈ ਥਿੰਕ acceptance is from both the sides ਇਹ ਦੋਨੋਂ ਸਾਈਡਸ ਤੋਂ ਐਕਸੈਪਟੈਂਸ ਹੁੰਦੀ ਇਹ ਨਹੀਂ ਵੀ ਇੱਕੋ ਹੀ ਪੱਖ ਆਪਾਂ ਨੂੰ ਐਕਸੈਪਟ ਕਰੇ ਆਪਾਂ ਨੂੰ ਵੀ ਕੁਝ ਇੱਕ ਮੈਜਰਸ ਔਰ ਸਟੈਪਸ ਲੈਣੇ ਪੈਂਦੇ ਆ ਬਿਲਕੁਲ ਪਰ ਮੈਨੂੰ ਕਿ ਸਿਰਫ ਜੈਂਡਰ ਚੇਂਜ ਕਰਨ ਦੇ ਨਾਲ ਮੰਨ ਲਓ ਵੀ ਕੋਈ ਪੂਰੀ ਤਰ੍ਹਾਂ ਦੇ ਨਾਲ ਮੁੰਡਾ ਬਣ ਗਿਆ ਜਾਂ ਕੋਈ ਪੂਰੀ ਤਰ੍ਹਾਂ ਦੇ ਨਾਲ ਕੁੜੀ ਬਣ ਗਈ ਕਿ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ ਜਾਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਨੇ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਆਈ ਥਿੰਕ ਜਦੋਂ ਬੰਦਾ ਇੱਕ ਜੈਂਡਰ ਚੇਂਜ ਕਰਦਾ ਸਭ ਤੋਂ ਪਹਿਲੀ ਗੱਲ ਇੱਕ ਬਹੁਤ ਪੋਜ਼ਿਟਿਵ ਐਸਪੈਕਟ ਹੈ ਕਿ ਉਹ ਆਪਣੇ ਆਪ ਨੂੰ ਐਕਸੈਪਟ ਕਰ ਲੈਂਦੇ ਹੈ ਇਟਸ देयर ਫਾਰਮ ਆਫ ਐਕਸੈਪਟਿੰਗ ਥੈਮਸੈਲਵਸ ਐਂਡ ਇਟਸ देयर ਵੇ ਆਫ ਬੀਇੰਗ ਪ੍ਰਾਊਡ ਆਫ ਹੂ ਦੇ ਆਰ ਠੀਕ ਹੈ ਬਟ ਤੁਸੀਂ ਦੇਖੋ ਜਦੋਂ ਬੰਦਾ ਚੇਂਜ ਵੀ ਕਰ ਲੈਂਦਾ ਉਹਨੂੰ ਕਿੰਨੀਆਂ ਹਾਰਡਸ਼ਿਪਸ ਫੇਸ ਕਰਨੀਆਂ ਪੈਂਦੀਆਂ ਮਤਲਬ ਜਿਹੜੇ ਕਈ ਮਤਲਬ ਆਪਾਂ ਕਈ ਬਿਗ ਨੇਮਸ ਦੇਖਦੇ ਹਾਂ ਜਿਨ੍ਹਾਂ ਨੇ ਜਿਹੜੇ ਇਸ ਰਸਤੇ 'ਤੇ ਗਏ ਉਹਨਾਂ ਨੂੰ ਵੀ ਕਿੰਨੀ ਟ੍ਰੋਲਿੰਗ ਹੁੰਦੀ ਹੈ ਮਤਲਬ ਲੇਬਲਿੰਗ ਦੀ ਜੇ ਆਪਾਂ ਗੱਲ ਕਰੀਏ ਬ੍ਰਾਂਡਿੰਗ ਰਾਈਟ ਬ੍ਰਾਂਡਿੰਗ ਦੀ ਗੱਲ ਕਰੀਏ
ਸੋ ਐਵਰੀ ਟਾਈਮ ਲਾਈਕ ਅਗਰ ਮਤਲਬ ਜਿਵੇਂ ਗਜ਼ਲ ਦੀਦੀ ਸ਼ੀ ਇਜ਼ ਵੈਰੀ ਕਲੋਜ਼ ਟੂ ਮੀ, ਅਗਰ ਉਹਦੀ ਕੋਈ ਇੰਟਰਵਿਊ ਆਉਂਦੀ ਹੈ ਤਾਂ ਉਹਨਾਂ ਦਾ ਕੈਟੇਗਰਾਈਜ਼ ਕੀਤਾ ਜਾਂਦਾ ਹੈ ਅ ਪ੍ਰਾਊਡ ਟਰਾਂਸ ਰਾਈਟਰ। ਸੋ ਆਈ ਮਤਲਬ ਸ਼ੀ ਇਜ਼ ਵੈਰੀ ਕਲੋਜ਼ ਉਹਦੇ। ਆਈ ਫੀਲ ਜਦੋਂ ਵੀ ਮੈਂ ਮਤਲਬ ਅਸੀਂ ਜਿੰਨੀ ਵਾਰੀ ਵੀ ਮਿਲਦੇ ਹਾਂ, ਜਿਵੇਂ ਵੀ ਸਾਡਾ ਰਿਸ਼ਤਾ ਹੈ, ਮੈਂ ਤਾਂ ਕਦੇ ਉਹਨਾਂ ਨੂੰ ਇਸ ਚੀਜ਼ ਨਾਲ ਇਸ ਨਿਗਾਹ ਨਾਲ ਕਦੇ ਦੇਖਿਆ ਹੀ ਨਹੀਂ ਦੈਟ ਵੀ ਐਵੇਂ ਨੂੰ। ਸ਼ੀ ਇਜ਼ ਜਸਟ ਅ ਵੂਮਨ, ਸ਼ੀ ਇਜ਼ ਜਸਟ ਅ ਵੂਮਨ ਐਂਡ ਆਈ ਐਮ ਇਕੁਅਲੀ ਪ੍ਰਾਊਡ ਆਫ ਹਰ ਐਜ਼ ਆਈ ਐਮ ਆਫ ਐਵਰੀ ਅਦਰ ਵੂਮਨ। ਮਤਲਬ ਜਿਵੇਂ ਇੱਕ ਔਰਤ ਕੰਮ ਕਰਦੀ ਹੈ ਸੇਮ ਉਹਨਾਂ ਦਾ ਕੰਮ ਹੈ। ਸ਼ੀ ਇਜ਼ ਅ ਰਾਈਟਰ। ਮਤਲਬ ਜਿਹੜੀ ਕੈਟੇਗਰਾਈਜੇਸ਼ਨ ਹੈ, ਇਹ ਕੈਟੇਗਰਾਈਜੇਸ਼ਨ ਬਹੁਤ ਪ੍ਰੋਬਲਮੈਟਿਕ ਹੈ ਬਿਕੋਜ਼ ਜਦੋਂ ਕੈਟੇਗਰਾਈਜੇਸ਼ਨ ਸ਼ੁਰੂ ਹੋਣੀ ਹੋ ਜਾਂਦੀ ਹੈ ਤਾਂ ਆਪਾਂ ਫੀਲ ਕਰਾਉਂਦੇ ਕਿ ਨਹੀਂ ਤੁਸੀਂ ਥੋੜ੍ਹੇ ਡਿਫਰੈਂਟ ਹੋ ਸਾਡੇ ਤੇ, ਬਟ ਆਪਾਂ ਉਦੋਂ ਚੀਜ਼ ਭੁੱਲ ਜਾਂਦੇ ਹਾਂ ਕਿ ਆਪਾਂ ਐਜ਼ ਹਿਊਮਨਸ ਵੀ ਆਰ ਆਲ ਡਿਫਰੈਂਟ ਫਰੋਮ ਵਨ ਅਨਦਰ। ਆਪਣਾ ਸਕਿਨ ਕਲਰ ਡਿਫਰੈਂਟ ਹੈ, ਸਭ ਕੁਝ ਡਿਫਰੈਂਟ ਹੈ। ਤਾਂ ਮਤਲਬ ਉਹ ਜਿਹੜੇ ਡਿਫਰੈਂਸਿਸ ਹੁੰਦੇ ਆ ਜਦੋਂ ਉਹ ਰੇਜ਼ ਹੋ ਜਾਂਦੇ ਆ ਨਾ ਤਾਂ ਸੋਸਾਇਟੀ ਬਹੁਤ ਇੱਕ ਹੈਪੀ ਪਲੇਸ ਬਣ ਜਾਂਦੀ ਹੈ, ਬਹੁਤ ਹੀ ਜ਼ਿਆਦਾ ਇੱਕ ਹੈਪੀ ਪਲੇਸ ਬਣ ਜਾਂਦੀ ਹੈ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਜਦੋਂ LGBT ਕਮਿਊਨਿਟੀ ਦੀ ਕੋਈ ਵੀ ਅਚੀਵਮੈਂਟ ਹੁੰਦੀ ਆ ਤਾਂ ਉਹਨੂੰ ਵੀ ਅਸੀਂ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਦੱਸਦੇ ਹਾਂ ਨਾ, ਤੁਹਾਡੇ ਅਨੁਸਾਰ ਇਹ ਵੀ ਨਹੀਂ ਹੋਣਾ ਚਾਹੀਦਾ? ਆਈ ਡੋਂਟ ਥਿੰਕ ਸੋ। ਆਈ ਡੋਂਟ ਥਿੰਕ ਇਟ ਹੈਜ਼ ਟੂ ਬੀ ਦ ਕੇਸ ਬਿਕੋਜ਼ ਜਦੋਂ ਆਪਾਂ ਸਾਰਿਆਂ ਨੂੰ ਐਕਸੈਪਟ ਹੀ ਕਰ ਲਿਆ ਕਿ ਸਾਰੇ ਹੀ ਇਕੁਅਲ ਹੈ ਤਾਂ ਮਤਲਬ ਆਪਾਂ ਦੇਖਦੇ ਹਾਂ ਕੋਈ ਵੂਮਨ ਦੀ ਅਚੀਵਮੈਂਟ ਹੋਵੇ, ਇੱਕ ਸਟ੍ਰੇਟ ਵੂਮਨ ਦਾ ਐਗਜ਼ਾਮਪਲ ਲੈਂਦੇ ਹਾਂ, ਕੋਈ ਵੂਮਨ ਨੂੰ ਕੁਝ ਅਚੀਵ ਕਰੇ, we glorify it, ਆਪਾਂ ਉਹਨੂੰ ਕਿੰਨਾ ਰੋਮੈਂਟਿਸਾਈਜ਼ ਕਰ ਦਿੰਦੇ ਆ that she is a woman, she has done this and ਇਹਦੀ ਇੰਨੀ ਏਜ ਹੈ, ਇਹ ਇੱਥੋਂ ਹੈ, we are proud of her, it's a great achievement। ਨਹੀਂ, ਆਪਾਂ ਨੂੰ ਇਹ ਗੱਲ ਚੀਜ਼ ਬਿਲਕੁਲ ਕਹਿਣ ਦੀ ਲੋੜ ਹੀ ਨਹੀਂ ਹੈ। ਆਈ ਥਿੰਕ ਕੋਈ ਦੇਖੋ ਜਿਵੇਂ ਟਰਾਂਸ ਕੋਈ ਹੋਵੇ ਉਹਨੂੰ ਕਿੰਨਾ ਹਾਈਲਾਈਟ ਕਰਿਆ ਜਾਂਦਾ ਬਿਕੋਜ਼ ਰੀਜ਼ਨ ਕੀ ਹੈ, ਹਾਲੇ ਵੀ ਫੁੱਲੀ ਜਿਹੜੀ ਐਕਸੈਪਟੈਂਸ ਆ ਉਹ ਹਾਲੇ ਪੂਰੇ ਤਰੀਕੇ ਨਾਲ ਨਹੀਂ ਆਈ ਹੈ। ਟਾਈਮ ਲੱਗੇਗਾ ਬਟ ਆਈ ਐਮ ਹੋਪਫੁਲ, ਫਿੰਗਰਸ ਕ੍ਰੋਸਡ, ਸਭ ਕੁਝ ਠੀਕ ਹੋਏਗਾ। ਬਟ ਇਸ ਇੰਟਰਵਿਊ ਦੇ ਜ਼ਰੀਏ ਹੀ ਮੇਰੇ ਜੋ ਵੀ ਮੈਨੂੰ ਸੁਣ ਰਿਹਾ, ਆਈ ਵਾਂਟ ਟੂ ਟੈਲ ਦੈਮ ਕਿ ਉਹਨਾਂ ਨੂੰ ਕਿਸੇ ਨੂੰ ਐਕਸੈਪਟ ਕਰਨ ਤੋਂ ਪਹਿਲਾਂ ਦਿਮਾਗ 'ਚ ਕੋਈ ਸੈਕਿੰਡ ਥਾਟਸ ਨਹੀਂ ਲਿਆਉਣੇ ਚਾਹੀਦੇ। ਜਿਵੇਂ ਦਾ ਵੀ ਬੰਦਾ ਹੈ ਦੇ ਮਸਟ ਐਕਸੈਪਟ ਦੈਮ। ਜਿਵੇਂ ਦਾ ਵੀ ਬੰਦਾ ਐਕਸੈਪਟ ਕਰੋ। ਹੁਣ ਸਾਡੇ ਪ੍ਰੋਨਾਊਨਸ ਹੈ, LGBT ਪ੍ਰੋਨਾਊਨਸ ਨੇ ਦੇ, them, theirs। ਦੇ ਜੇ ਆਪਾਂ ਇੰਗਲਿਸ਼ 'ਚ ਦੇਖੀਏ ਪਲੂਰਲ ਹੁੰਦਾ ਤਾਂ ਉਹਨਾਂ ਨੇ ਦੇ, them, theirs ਸਾਰੇ ਹੀ ਇਨਕਲੂਡ ਕਰਤੇ ਨਾ, ਦੇ, them, theirs, ਕੋਈ ਵਿੱਚ ਡਿਫਰੈਂਸ ਛੱਡਿਆ ਨਹੀਂ। ਹੀ ਮੇਲ ਨਾਲ ਜੁਆਇਨ, ਆਪਾਂ ਜਦੋਂ ਆਪਾਂ ਹੀ ਵੱਜਦਾ ਕਹਿੰਦੇ ਉਹ ਕਿਸੇ ਮੇਲ ਦੀ ਗੱਲ ਹੋ ਰਹੀ ਹੈ। ਫੀਮੇਲ ਜਦੋਂ ਸ਼ੀ ਬੋਲਦੇ ਆ ਉਹ ਕਿਸੇ ਫੀਮੇਲ ਦੀ ਗੱਲ ਹੋ ਰਹੀ ਹੈ। ਦੇ, them, theirs ਹੁੰਦੀ ਹੈ, ਸਾਰੇ ਇਨਕਲੂਡ ਕਰਤੇ ਵਿੱਚ, ਮੇਲ, ਫੀਮੇਲ, ਟਰਾਂਸ, ਲੈਸਬੀਅਨ, ਬਾਇਸੈਕਸ਼ੁਅਲ, ਸਾਰੇ ਹੀ ਇਨਕਲੂਡ ਹੋ ਗਏ ਵਿੱਚ। ਐਂਡ ਇਟਸ ਸੋ ਬਿਊਟੀਫੁਲ। ਤੁਸੀਂ ਪ੍ਰਾਈਡ ਫਲੈਗ ਵੀ ਦੇਖੋ, ਸਾਰੇ ਕਲਰਸ ਹੈ, ਇਟਸ ਸੋ ਵਾਈਬਰੈਂਟ, ਇਟਸ ਸੋ ਫੁੱਲ ਆਫ ਕਲਰਸ। ਸੋਸਾਇਟੀ ਤੋਂ ਹੋਰ ਤੁਸੀਂ ਕੀ ਚਾਹੁੰਦੇ ਹੋ ਕਿ ਕਿਵੇਂ ਦੀ ਸਪੋਰਟ ਉਹਨਾਂ ਵੱਲੋਂ ਤੁਹਾਨੂੰ ਹੋਣੀ ਚਾਹੀਦੀ ਆ? ਇੱਕ ਮੈਂ ਚਾਹੂੰਗੀ ਕਿ ਹਮੇਸ਼ਾ ਆਪਾਂ LGBT ਕਮਿਊਨਿਟੀ, ਮੈਨੂੰ ਮਾਫ ਕਰਿਓ ਪਰ LGBT ਕਮਿਊਨਿਟੀ ਵੀ ਕਿਤੇ ਨਾ ਕਿਤੇ ਪਾਰਟ ਪਲੇ ਕਰਦੀ ਆ ਕਿ ਲੋਕ ਉਹਨਾਂ 'ਤੇ ਤਰਸ ਕਰਨ ਅਤੇ ਕਿਤੇ ਨਾ ਕਿਤੇ ਫਿਰ ਉਹ ਜਾ ਕੇ ਵਿਕਟਮ ਕਾਰਡ ਵੀ ਪਲੇ ਕਰਦੇ ਨੇਗੇ ਬਹੁਤ ਸਾਰੀਆਂ ਸਿਚੁਏਸ਼ਨਸ ਦੇ ਵਿੱਚ, ਹੈ ਨਾ। ਤੁਹਾਨੂੰ ਲੱਗਦਾ ਕਿ ਇਸ ਕਮਿਊਨਿਟੀ ਨੂੰ ਥੋੜ੍ਹਾ ਜਿਹਾ ਤਰਸ ਦੀਆਂ ਨਜ਼ਰਾਂ ਨਾਲ ਜਾਂ ਥੋੜ੍ਹਾ ਜਿਹਾ ਇਹਨਾਂ 'ਤੇ ਤਰਸ ਕਰਨਾ ਚਾਹੀਦਾ ਜਾਂ ਫਿਰ? ਆਈ ਡੋਂਟ ਥਿੰਕ ਸੋ ਕਿ ਆਪਾਂ ਨੂੰ ਤਰਸ ਕਰਨਾ ਚਾਹੀਦਾ। ਤਰਸ ਕਿਉਂ ਕਰਨਾ ਚਾਹੀਦਾ? ਉਹ ਵੀ ਇਨਸਾਨ ਹੈ, ਉਹਨਾਂ ਦਾ ਵੀ ਪੂਰਾ ਇਕੁਅਲੀ ਹੱਕ ਹੈ ਜ਼ਿੰਦਗੀ ਜੀਣ ਦਾ। ਜਿਵੇਂ ਇੱਕ ਨੋਰਮਲ ਸੋ-ਕਾਲਡ ਨੋਰਮਲ ਇਨਸਾਨ, ਮਰਦ ਜਾਂ ਔਰਤ ਜੀ ਰਹੇ ਹੈ, ਉਹਨਾਂ ਦਾ ਵੀ ਪੂਰਾ ਇਕੁਅਲੀ ਇਨਸਾਨ ਹੈ। ਇਹ ਚੀਜ਼ ਮੇਰੇ ਨਾਲ ਵੀ ਹੁੰਦੀ ਹੈ ਪਰਸਨਲੀ। ਮੈਨੂੰ ਲੋਕ ਕਹਿੰਦੇ ਕਿ ਇਸ 'ਤੇ ਬੜੀ ਤਰਸ ਨਾਲ ਗੱਲ ਕਰਨਗੇ, ਵਿਚਾਰਾ ਐਂਡ ਸੋ ਕਰਕੇ, ਐਂਡ ਬਟ ਨਹੀਂ, ਕਿਉਂ? ਜਿਵੇਂ ਹੀ ਇੱਕ ਇਕੁਅਲ ਬੰਦਾ, ਮਤਲਬ ਇਕੁਅਲ ਇਨਸਾਨ ਡਿਮਾਂਡਿੰਗ ਹੈ, ਮਤਲਬ ਜਿਹੜਾ ਬੰਦਾ ਗਲਤ ਨੂੰ ਗਲਤ ਕਹਿੰਦਾ, ਮੇਰਾ ਵੀ ਨੇਚਰ ਉਵੇਂ ਦਾ ਹੀ ਹੈ। ਮੈਨੂੰ ਕਈ ਲੋਕ ਬਹੁਤ ਕਹਿੰਦੇ ਦੈਟ ਕਿ ਤੂੰ ਬਹੁਤ ਰੂਡ ਹੈ, ਬਹੁਤ ਹੀ ਆਊਟਸਪੋਕਨ ਹੈ। ਕਿਉਂ ਨਾ ਆਊਟਸਪੋਕਨ? ਜਦ ਮੈਂ ਐਕਸੈਪਟ ਹੀ ਕਰ ਲਿਆ ਦੈਟ ਆਈ ਐਮ ਜਸਟ ਅ ਹਿਊਮਨ ਬੀਇੰਗ। ਮਾਈ ਜੈਂਡਰ, ਮਾਈ ਸੈਕਸ਼ੁਅਲ ਓਰੀਐਂਟੇਸ਼ਨ ਮੈਨੂੰ ਨਹੀਂ ਡਿਫਾਈਨ ਕਰਦੀ ਕਿ ਮੈਂ ਇੱਕ ਇਨਸਾਨ ਦੇ ਤਰੀਕੇ 'ਤੇ ਕੀ ਹਾਂ। ਜਦੋਂ ਬੰਦਾ ਐਕਸੈਪਟ ਕਰ ਲੈਂਦਾ ਤਾਂ ਤੁਹਾਨੂੰ ਇਕੁਅਲ ਹੱਕ ਹੈ। ਹੁਣ ਦੇਖੋ
ਆਪਾਂ ਕਿਸੇ ਵੀ ਆਫਿਸ ਚਲੇ ਜਾਈਏ, ਕਿਤੇ ਵੀ ਫੋਰ ਐਗਜ਼ਾਮਪਲ ਚਲੇ, ਤੁਸੀਂ ਕਿੰਨੇ ਕੁ ਟਰਾਂਸ ਔਰ ਕਿੰਨੇ ਕੁ LGBT ਲੋਕ ਆਪਣੇ ਦੇਖਦੇ ਹੋ ਆਲੇ ਦੁਆਲੇ। ਬਿਲਕੁਲ। ਜੇ ਉਹਨਾਂ ਨੂੰ ਦੇਖੋਗੇ ਹੂੰ ਤਾਂ ਮੀਨੀਅਲ ਜੌਬਸ ਤੇ ਦੇਖੋਗੇ, ਕੋਈ ਵੀ ਵਿਚਾਰਾ ਛੋਟੀ ਮੋਟੀ ਜੌਬਸ ਤੇ। ਹੁਣ ਮੇਰਾ ਇੱਕ ਪਟਿਆਲੇ ਤੋਂ ਹੀ ਫਰੈਂਡ ਹੈ ਪ੍ਰਭਜੋਤ, ਤੇ ਉਹਦੇ ਪੇਰੈਂਟਸ ਨਹੀਂ ਹੈ, ਹੂੰ ਉਹ LGBT ਹੈ, ਹੂੰ ਤੇ 3500 ਰੁਪਏ ਉਹਦੀ ਮਹੀਨੇ ਦੀ ਤਨਖਾਹ ਹੈ, ਉਸ 'ਚੋਂ ਉਹਨੇ ਕਿਰਾਇਆ ਕੱਢਣਾ, ਹੂੰ ਉਹ 'ਚ ਹੀ ਉਹਨੇ ਜ਼ਿੰਦਗੀ ਜੀਣੀ ਹੈ। ਹੂੰ ਤੇ ਉਹਨੇ ਮੈਨੂੰ ਜਦੋਂ ਆਪਣੇ ਪਰਸਨਲ ਐਕਸਪੀਰੀਅੰਸ ਦੱਸਦਾ ਕਿ ਉਹਨੂੰ ਸਕੂਲ 'ਚ ਕੁੱਟ ਜ਼ਿਆਦਾ ਤਾਂ ਟੀਚਰਸ ਉਹਨੂੰ ਮਾਰਦੇ ਸੀ ਕਿਉਂਕਿ ਉਹ LGBT ਹੈ, ਉਹਨੂੰ ਜ਼ਿਆਦਾ ਤਾਂ ਮਾਰਦੇ ਸੀ ਕਿਉਂਕਿ ਉਹ LGBT ਹੈ। ਐਂਡ ਉਹ ਇਸ ਸਕੂਲ ਦੇ ਵਿੱਚ ਇੱਕ ਬਹੁਤ ਜ਼ਿਆਦਾ ਪ੍ਰੀਵੈਲੈਂਟ ਪ੍ਰੋਬਲਮ ਹੈ ਕਿ ਜੋ ਕਿ ਬੱਚਾ LGBT ਹੈ, ਉਹਨੂੰ ਉਹਦੇ ਹੀ ਕਲਾਸਮੇਟਸ ਉਹੀ ਸੈਕਸ਼ੂਅਲੀ ਐਕਸਪਲੋਇਟ ਕਰਨਾ ਸ਼ੁਰੂ ਕਰ ਦਿੰਦੇ ਹੂੰ ਤਾਂ ਉਹ ਇੰਨਾ ਜ਼ਿਆਦਾ ਫਿਜ਼ੀਕਲੀ ਤੇ ਇਮੋਸ਼ਨਲੀ ਕੁਵੇਅਰ ਬੱਚੇ ਨੂੰ ਡੈਮੇਜ ਕਰ ਦਿੰਦਾ ਹੈ ਨਾ, ਹੂੰ ਕਿ ਉਹ ਫਿਰ ਉਹ ਸਾਰੀ ਲਾਈਫ ਐਕਸੈਪਟੈਂਸ ਨਾ ਕੁਐਸਚਨ ਬਣ ਜਾਂਦੀ ਹੈ। ਹੂੰ ਐਕਸੈਪਟੈਂਸ ਜਦੋਂ ਕੁਐਸਚਨ ਬਣ ਜਾਏ ਤਾਂ ਆਈ ਡੋਂਟ ਥਿੰਕ ਬੰਦਾ ਫਿਰ ਲਾਈਫ ਇੱਕ ਈਜ਼ੀ ਤਰੀਕੇ ਨਾਲ ਜੀ ਸਕਦਾ। ਵਿਜ਼ਿਬਿਲਿਟੀ, ਜਿਵੇਂ ਆਪਾਂ ਫਿਲਮ ਮੇਕਰਸ ਦੀ ਗੱਲ ਕੀਤੀ ਕਿ ਵਿਜ਼ਿਬਿਲਿਟੀ ਬਹੁਤ ਮੈਟਰ ਕਰਦੀ ਹੈ। ਹੁਣ ਜਿਵੇਂ ਆਪਾਂ ਦੇਖਦੇ ਹਾਂ ਹਰ ਕੋਈ ਟੈਕਨੋਲੋਜੀ ਨਾਲ, ਛੋਟੇ ਬੱਚੇ ਫਿਲਮਸ ਦੇਖਦੇ ਆ, ਮਤਲਬ ਬਿਲਕੁਲ। ਜਿਹੜੇ ਬੱਚੇ ਜਿਵੇਂ ਹੁਣ ਆਪਾਂ ਅੱਛੇ ਜਿਹੜੇ ਇੰਗਲਿਸ਼ ਸ਼ੋਜ਼ ਵਗੈਰਾ ਦੇਖਦੇ ਹਾਂ, ਤੁਸੀਂ ਉਹ ਬੱਚੇ ਦੇਖਿਓ, ਉਹਨਾਂ ਨੂੰ ਕਦੇ LGBT ਲੋਕਾਂ ਨਾਲ ਪ੍ਰੋਬਲਮ ਹੀ ਨਹੀਂ ਹੁੰਦੀ, ਹੂੰ ਬਿਕੋਜ਼ ਵਿਜ਼ਿਬਿਲਿਟੀ ਹੀ ਇੰਨੀ ਵਧੀਆ ਹੁੰਦੀ ਹੈ। ਬਿਲਕੁਲ। ਉਹਨਾਂ ਨੂੰ ਇੱਕ ਆਰਡੀਨਰੀ ਹਿਊਮਨ ਬੀਇੰਗ ਇੱਕ ਆਰਡੀਨਰੀ ਹਿਊਮਨ ਬੀਇੰਗ ਦੀ ਲਾਈਫ 'ਚ ਪ੍ਰੋਬਲਮਸ, ਜੋ ਹੈਪੀ ਮੂਮੈਂਟਸ, ਜੋ ਵੀ ਹੁੰਦਾ ਉਹੀ ਚੀਜ਼ਾਂ ਉਹਦੀ ਲਾਈਫ 'ਚ ਦਿਖਾਈ ਜਾਂਦੀਆਂ ਨੇ, ਹੂੰ ਕੋਈ ਪ੍ਰੋਬਲਮ ਹੁੰਦੀ ਨਹੀਂ। ਤਾਂ ਆਈ ਥਿੰਕ ਆਪਾਂ ਨੂੰ ਇਹ ਓਵਰਆਲ ਜੇ ਆਪਾਂ ਦੇਖੀਏ ਸੋਸਾਇਟੀ ਦੇ ਉਸਦੇ ਨਾਲ, ਆਪਾਂ ਜਦੋਂ ਸਾਰਿਆਂ ਨੂੰ ਇਕੁਅਲ ਮੰਨਣਾ ਸ਼ੁਰੂ ਕਰ ਦਿੰਦੇ ਹਾਂ, ਬਹੁਤ ਹੀ ਜ਼ਿੰਦਗੀਆਂ ਸਵਰ ਜਾਂਦੀਆਂ, ਬਹੁਤ ਹੀ ਜ਼ਿੰਦਗੀਆਂ ਖੁਸ਼ ਹੋ ਜਾਂਦੀਆਂ। ਤਾਂ ਇੱਕ LGBT ਬੱਚੇ ਨੂੰ ਦੇਖੋ, ਤੁਸੀਂ ਇੱਕ ਦੇਖੋ, ਕਦੇ ਤੁਸੀਂ ਕੋਈ ਸਟ੍ਰੇਟ ਮੁੰਡਾ ਜਾਂ ਸਟ੍ਰੇਟ ਕੁੜੀ ਆਪਣੇ ਪੇਰੈਂਟਸ ਨੂੰ ਕਹਿੰਦੀ ਦੇਖੀ ਕਿ ਪਾਪਾ ਮੈਨੂੰ ਐਕਸੈਪਟ ਕਰੋ? ਲਾਈਕ ਫੋਰ ਐਗਜ਼ਾਮਪਲ ਤੁਸੀਂ ਖੁਦ ਇੱਕ ਬਿਲਕੁਲ ਔਰਤ ਦੇ ਆਪਣੇ ਆਪ ਨੂੰ ਯੂ ਆਈਡੈਂਟੀਫਾਈ ਐਜ਼ ਅ ਸਟ੍ਰੇਟ ਵੂਮਨ, ਤੁਹਾਨੂੰ ਆਪਣੇ ਪੇਰੈਂਟਸ ਨੂੰ ਇਹ ਗੱਲ ਕਹਿਣ ਦੀ ਲੋੜ ਪਈ ਸੀ, ਤੁਹਾਨੂੰ ਸਟਰਗਲ ਕਰਨਾ ਪਿਆ ਸੀ ਕਿ ਮੈਨੂੰ ਐਕਸੈਪਟ ਕਰੋ? ਕਦੇ ਵੀ। ਆਈ ਅੰਡਰਸਟੈਂਡ ਤੁਹਾਡੇ ਇੱਕ ਔਰਤ ਹੋਣ ਦੇ ਪੱਖ ਤੋਂ ਆਪਣੇ ਸਟਰਗਲਸ ਜਾਂ ਹਾਰਡਸ਼ਿਪਸ ਰਹੇ ਹੋਣੇ, ਤੇ ਬਟ ਨਹੀਂ ਕਹਿਣੀ ਪੈਂਦੀ। ਸਾਨੂੰ ਇੱਕ LGBT ਬੱਚੇ ਨੂੰ ਇਹ ਗੱਲ ਕਿਉਂ ਕਹਿਣੀ ਪੈਂਦੀ ਹੈ? ਬਿਕੋਜ਼ ਸੋਸਾਇਟੀ ਆਪਣਾ ਵਿਊ ਪੁਆਇੰਟ ਹੀ ਨਹੀਂ ਚੇਂਜ ਕਰਨ ਨੂੰ ਤਿਆਰ। ਐਂਡ ਉਹ ਕਈ ਤਾਂ ਮੈਂ ਇੱਕ ਉਹ ਐਕਸੈਪਟੈਂਸ ਦੇ ਵਿੱਚ ਹੀ ਕਿ ਜ਼ਿੰਦਗੀਆਂ ਹੀ ਕੱਢ ਜਾਂਦੇ ਆ, ਕਈ ਆਪਣੀਆਂ ਜ਼ਿੰਦਗੀਆਂ ਹੀ, ਸਮ ਪੀਪਲ ਕਮਿਟ ਸੁਸਾਈਡ, ਦੇ ਐਂਡ देयर ਲਾਈਵਸ, ਤੇ ਘਰ ਚੋਂ ਭੱਜ ਜਾਂਦੇ ਆ। ਇਟਸ ਮਤਲਬ ਕਿੰਨਾ ਕੁਛ ਆਪਾਂ ਦੇਖਦੇ ਹਾਂ। ਐਂਡ ਅਗਰ ਮੈਂਟਲ ਹੈਲਥ ਹੀ ਜ਼ਰੂਰ ਸਾਡੀ ਕਮਿਊਨਿਟੀ 'ਚ ਮੈਂਟਲ ਹੈਲਥ ਬਾਰੇ ਬਹੁਤ ਘੱਟ ਗੱਲ ਹੁੰਦੀ ਹੈ, ਬਹੁਤ ਹੀ ਜ਼ਿਆਦਾ ਘੱਟ ਗੱਲ ਹੁੰਦੀ ਹੈ। ਤੇ ਆਈ ਬਿਲੀਵ ਉਹ ਸੋਚਦੇ ਕਿ LGBT ਜਦੋਂ ਪੇਰੈਂਟਸ ਇਹੀ ਸੋਚਣਾ ਬੰਦ ਕਰ ਦੇਣਗੇ ਕਿ ਇਹ ਬਿਮਾਰੀ ਨਹੀਂ ਹੈ, ਤਾਂ ਮੈਂਟਲ ਹੈਲਥ ਵਾਲੀ ਪ੍ਰੋਬਲਮ ਕਿੱਥੋਂ ਆਏਗੀ? ਬਿਲਕੁਲ। ਬਿਕੋਜ਼ ਜਦੋਂ ਇਹੀ ਉਹਨਾਂ ਨੂੰ ਵਿਸ਼ਵਾਸ ਕਰਾਇਆ ਜਾਂਦਾ ਕਿ ਇਹਨਾਂ ਲਈ ਸਮਾਜ 'ਚ ਕੋਈ ਜਗ੍ਹਾ ਨਹੀਂ ਹੈ, ਇਹ ਬਿਮਾਰੀ ਹੈ, ਤਾਂ ਬੱਚਾ ਮੈਂਟਲੀ ਉਹ ਫੀਲ ਕਰੂਗਾ, ਮੈਂਟਲੀ ਬਰਡਨਡ ਫੀਲ ਕਰੂਗਾ। ਐਂਡ ਉਹ ਮੈਂਟਲੀ ਬਰਡਨਡ ਫੀਲ ਕਰੂਗਾ, ਉਹ ਕਿਸੇ ਕਾਉਂਸਲਰ ਤੱਕ ਤਾਂ ਆਪਾਂ ਜਾ ਹੀ ਨਹੀਂ ਸਕਦੇ। ਉਹ ਆਪਣੇ ਜਦੋਂ ਪੇਰੈਂਟਸ ਨਾਲ ਹੀ ਨਹੀਂ ਗੱਲ ਸ਼ੇਅਰ ਕਰ ਪਾ ਰਿਹਾ ਕਿ ਮੈਨੂੰ ਮੈਂਟਲੀ ਇਹ ਫੀਲ ਹੋ ਰਿਹਾ, ਕਿਉਂਕਿ ਪੇਰੈਂਟਸ ਸਭ ਤੋਂ ਕਲੋਜ਼ ਹੁੰਦੇ ਨੇ। ਬਿਲਕੁਲ ਬਿਲਕੁਲ। ਤੇ ਉਹ ਇੱਕ ਕਾਉਂਸਲਰ ਤੱਕ ਤਾਂ ਉਹ ਜਰਨੀ ਤੱਕ ਕੁਐਸਚਨ ਹੀ ਨਹੀਂ ਹੁੰਦਾ, ਫਿਰ ਉਹਦਾ ਕੁਐਸਚਨ ਹੀ ਨਹੀਂ ਆਉਂਦਾ, ਬਿਕੋਜ਼ ਉਹ ਬੱਚਾ ਉੱਥੇ ਹੀ ਇੰਨਾ ਦਬਾ ਦਿੱਤਾ ਜਾਂਦਾ ਕਿ ਲਾਈਫ 'ਚ ਅੱਗੇ ਵਧਣ ਤਾਂ ਬਹੁਤ ਦੂਰ ਦੀ ਗੱਲ ਹੈ। ਬਹੁਤ ਹੀ ਮਤਲਬ ਅਜੀਬ ਤੋਂ ਅਜੀਬ ਚੀਜ਼ ਹੋ ਜਾਂਦੀ ਹੈ। ਮੇਰੇ ਮਤਲਬ ਇੱਕ ਪਟਿਆਲਾ 'ਚ ਹੀ ਮੇਰਾ ਫਰੈਂਡ ਸੀ, ਦੇਖੋ ਉਹਦਾ ਮੈਂ ਨਾਮ ਵੀ ਲੈਣਾ ਚਾਹੂੰਗਾ। ਉਹਨੇ ਮਤਲਬ ਕਿੰਨਾ ਟਾਈਮ ਉਹਨੇ ਦੇਖਿਆ ਕਿ ਉਹਦੇ ਪੇਰੈਂਟਸ ਉਹਨੂੰ ਐਕਸੈਪਟ ਕਰਨਗੇ, ਉਹ ਕਮਾ ਵੀ ਰਿਹਾ ਸੀ, ਸਾਰਾ ਕੁਛ ਉਹ ਕਰਦਾ ਸੀਗਾ, ਤੇ ਬਟ ਉਹਨੇ ਐਕਸੈਪਟ ਨਹੀਂ ਕੀਤਾ। ਐਂਡ ਵਨ ਫਾਈਨ ਡੇ ਉਸਨੇ ਮੈਨੂੰ ਜੋ ਪਤਾ ਲੱਗਿਆ, ਜਦੋਂ ਮਤਲਬ ਮੈਨੂੰ ਬਹੁਤ ਸੈਡ ਫੀਲ ਹੋਇਆ, ਮਤਲਬ ਹੋਣਾ ਹੀ ਸੀ ਬਿਕੋਜ਼ ਮੇਰਾ ਫਰੈਂਡ ਸੀ। ਮੈਨੂੰ ਪਤਾ ਲੱਗਿਆ ਕਿ ਉਹਨੇ ਹੀ ਕਮਿਟਡ ਸੁਸਾਈਡ ਜਸਟ ਬਿਕੋਜ਼ ਉਹਦੇ ਪੇਰੈਂਟਸ ਉਹਨੂੰ ਐਕਸੈਪਟ ਹੀ ਕਰਨ 'ਚ ਨਹੀਂ ਆ ਰਹੇ ਸੀ। ਤੁਸੀਂ ਹੁਣ ਦੇਖੋ, ਜੇ ਕੋਈ ਕਿਸੇ LGBT ਬੰਦੇ ਦਾ ਮੈਰਿਜ ਹੋ ਰਹੀ ਹੈ, ਸੇਮ ਸੈਕਸ ਮੈਰਿਜ ਹੀ ਹੁੰਦੀ ਹੈ, ਉਹਦੀ ਕਿੰਨੀ ਵੱਡੀ ਨਿਊਜ਼ ਬਣਦੀ ਹੈ। ਹਾਂ ਬਿਲਕੁਲ। ਕਿੰਨੀ ਵੱਡੀ ਨਿਊਜ਼ ਬਣਦੀ ਹੈ ਕਿ ਇਹ ਚੀਜ਼ ਹੋ ਰਹੀ ਹੈ। ਐਵੇਂ ਹੀ ਕਿਸੇ ਸਟ੍ਰੇਟ ਕਪਲ ਮੇਰੇ ਹਿਸਾਬ ਨਾਲ ਰੋਜ਼ 100 ਵਿਆਹ ਹੁੰਦਾ ਹੋਣਾ ਪੂਰੇ ਵਰਲਡ, ਪਤਾ ਨਹੀਂ ਕਿੰਨੇ ਵਿਆਹ ਹੁੰਦੇ ਆ ਰੋਜ਼, ਕਿਸੇ ਦੀ ਖਬਰ ਨਹੀਂ ਲੱਗਦੀ।
ਕਿਉਂਕਿ ਹਲੇ ਵੀ ਆਪਾਂ ਫੁੱਲੀ ਐਕਸੈਪਟ ਕਰਨ ਨੂੰ ਤਿਆਰ ਹੀ ਨਹੀਂ ਕਿ ਯੈਸ ਦੇ ਆਰ ਆਲਸੋ ਅ ਪਾਰਟ ਆਫ ਆਰ ਸੋਸਾਇਟੀ, ਕਿ ਇਹ ਵੀ ਆਪਣੀ ਸੋਸਾਇਟੀ ਦੇ, ਇਹਨਾਂ ਦੇ ਵੀ ਇਕੁਅਲ ਰਾਈਟਸ ਹੈ, ਇਹਨਾਂ ਨੂੰ ਵੀ ਇਕੁਅਲ ਫਰੀडम ਹੈ।